ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ। ਹਰ ਐਤਵਾਰ ਸ਼ਾਮ ਨੂੰ ਤੁਹਾਡੇ ਨਾਲ ਅਸੀਂ ਇੱਕ ਇਹੋ ਜਿਹੀ ਸੰਸਥਾ ਦੀ ਗੱਲ ਕਰਾਂਦੇ ਹਾਂ ਜੋ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਕੁਝ ਪ੍ਰੋਬਲਮਾਂ ਹੈਗੀਆਂ ਉਹਨਾਂ ਨੂੰ ਸੁਧਾਰਨ ਦੇ ਲਈ ਕਿੰਨੇ ਸਾਲਾਂ ਤੋਂ ਕਿੰਨੇ ਦਹਾਕਿਆਂ ਤੋਂ ਕੰਮ ਕਰ ਰਹੀ ਹੈ। ਸੋ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਇੱਕ ਵਾਰੀ ਫਿਰ ਇਸ ਸੰਸਥਾ ਦੇ ਸੇਵਾਦਾਰਾਂ ਨੂੰ, ਸਪੋਰਟਰਾਂ ਨੂੰ ਤੇ ਵੱਖ-ਵੱਖ ਅਪਡੇਟਸ ਨੂੰ ਤੁਹਾਡੇ ਨਾਲ ਪੇਸ਼ ਕਰਦੇ ਹੋਏ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਜੋ ਸਾਡੇ ਅੱਜ ਸ਼ਾਮ ਦੇ ਪੈਨਲਿਸਟ ਹੈਗੇ। ਸਭ ਤੋਂ ਪਹਿਲੇ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਅੱਜ ਜੁੜੇ ਹੈ ਅਫਕੋਰਸ ਜਦੋਂ ਵੀ ਇਹ ਪੈਨਲ ਸਾਡੇ ਨਾਲ ਜੁੜਦਾ ਹੈ ਵੱਖ-ਵੱਖ ਥਾਵਾਂ ਤੋਂ ਵਾਹਿਗੁਰੂ ਦੀ ਮਿਹਰ ਹੈ, ਸਾਇੰਸ ਦਾ ਕਮਾਲ ਹੈ। ਕਿੰਨੇ ਦੁਨੀਆ ਦੇ ਪਾਸਿਆਂ ਤੋਂ ਅਸੀਂ ਇੱਥੇ ਇਕੱਠੇ ਜੁੜ ਕੇ ਗੱਲ ਕਰਦੇ ਹਾਂ। ਸੋ ਇੰਡੀਆ ਤੋਂ ਸਾਨੂੰ ਜੁਆਇਨ ਕਰ ਰਿਹਾ ਹੈ ਜਗਜੀਤ ਸਿੰਘ ਜੀ, ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹੈ। ਐਂਡ ਜਗਜੀਤ ਸਿੰਘ ਜੀ ਤੁਸੀਂ ਜੋ ਅਕਾਲ ਅਕੈਡਮੀ ਬੜੂ ਸਾਹਿਬ ਕਲਗੀਧਰ ਟਰੱਸਟ ਦੇ ਵਿੱਚ ਸਾਰੀ ਕੰਸਟਰਕਸ਼ਨ ਦਾ ਕੰਮ ਹੁੰਦਾ ਹੈ ਜੋ ਇੰਨਾ ਅਹਿਮ ਹੈਗਾ। ਇਸ ਕੰਸਟਰਕਸ਼ਨ ਤੋਂ ਬਗੈਰ ਨਾ ਉਹ ਅਕੈਡਮੀਜ਼, ਨਾ ਉਹ ਸਕੂਲਸ, ਨਾ ਉਹ ਕਲਾਸਰੂਮਸ ਖੜੇ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਕਿੰਨੇ ਸੈਂਕੜੋਂ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਕੰਮ ਹੋ ਰਿਹਾ ਹੈ। ਆਫਕੋਰਸ ਰਵੀਦੀਪ ਕੌਰ ਮੁਕਤਾ ਜੀ ਟੈਕਸਸ ਤੋਂ, ਤੁਹਾਨੂੰ ਕੌਣ ਨਹੀਂ ਜਾਣਦਾ ਜਦੋਂ ਇਸ ਸੇਵਾ ਦੀ ਗੱਲ ਆਉਂਦੀ ਹੈ। ਐਂਡ ਅੱਜ ਸ਼ਾਮ ਦੇ ਸਾਡੇ ਸਪੈਸ਼ਲ ਗੈਸਟ ਰਾਜ ਸਿੰਘ ਗਿੱਲ ਤੇ ਕੁਲਵੰਤ ਕੌਰ ਗਿੱਲ, ਤੁਹਾਨੂੰ ਦੋਨਾਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਹਿਊਸਟਨ ਟੈਕਸਸ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ। ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਨਾ ਕਿ ਤੁਸੀਂ ਕਿੰਨੇ ਪੁਰਾਣੇ ਸਮੇਂ ਤੋਂ ਸੰਸਥਾ ਨਾਲ ਜੁੜੇ ਹੋਏ ਹੋ, ਦਿਲੋਂ ਜੁੜੇ ਹੋਏ ਹੋ, ਬਟ ਬਾਬਾ ਜੀ ਦੀ ਮਿਹਰ ਰਹੀ ਹੈ ਤੁਹਾਡੇ ਪੂਰੇ ਪਰਿਵਾਰ 'ਤੇ। ਐਂਡ ਅਗਰ ਇੱਕ ਕੋਈ ਸਾਡੀ ਸਿੱਖ ਕਾਲੋਨੀ ਬਣੀ ਹੈ ਅਮਰੀਕਾ ਦੇ ਵਿੱਚ, ਹਿਊਸਟਨ ਦੇ ਵਿੱਚ ਇੱਕ ਕਾਲੋਨੀ ਵਸਾਈ ਗਈ ਹੈ, ਉੱਥੇ ਤੁਸੀਂ ਰਹਿੰਦੇ ਹੋ ਇੰਨੇ ਪਿਆਰ ਦੇ ਨਾਲ, ਗੁਰੂ ਦੇ ਨਾਮ ਦੇ ਨਾਲ। ਇਸ ਕਾਲੋਨੀ ਦੇ ਵਿੱਚ ਸਾਡੇ ਸਾਰੇ ਸਿੱਖ ਪਰਿਵਾਰ ਰਹਿੰਦੇ। ਮੈਂ ਆਪ ਵੇਖਿਆ ਉੱਥੇ, ਬਹੁਤ ਹੀ ਦਿਲ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਉੱਥੇ ਜਾ ਕੇ। ਇੱਦਾਂ ਲੱਗਦਾ ਹੈ ਕਿ ਅਸੀਂ ਪਿੰਡ ਪਹੁੰਚ ਗਏ, ਬਟ ਵੱਡੇ ਵੱਡੇ ਸੋਹਣੇ ਘਰ ਬਣੇ ਹੋਏ ਹੈ ਅਤੇ ਸਾਰੇ ਬਜ਼ੁਰਗ ਸੈਰ ਕਰਦੇ, ਬੱਚੇ ਸੈਰ ਕਰਦੇ। ਸੋ ਆਮ ਸੋ ਗਲੈਡ ਕਿ ਅੱਜ ਤੁਸੀਂ ਸਾਡੇ ਨਾਲ ਜੁੜ ਕੇ ਥੋੜ੍ਹੀ ਜਿਹੀ ਗੱਲ ਇਸ ਸੰਸਥਾ ਬਾਰੇ ਕਰਨ ਜਾ ਰਹੇ ਹੋ। ਸਾਰਿਆਂ ਨੂੰ ਸਵਾਗਤ। ਅਸੀਂ ਇਨ ਕੁਛ ਪ੍ਰੋਗਰਾਮਸ ਦੇ ਵਿੱਚ ਪਿਛਲੇ ਕੁਛ ਹਫ਼ਤਿਆਂ ਤੋਂ ਇੱਕ ਫੋਕਸ ਲੈ ਕੇ ਗੱਲ ਕਰ ਰਹੇ ਹਾਂ ਕਿ ਜੋ US ਦੀ ਸੰਗਤ ਹੈਗੀ ਉਹਨਾਂ ਨੂੰ ਕਿੰਨਾ ਵੱਡਾ ਉਪਰਾਲਾ ਦਿੱਤਾ ਗਿਆ ਹੈ ਕਿ ਕਲਾਸਰੂਮਸ ਦੀ ਕੰਸਟਰਕਸ਼ਨ ਦੀ ਸੇਵਾ ਸਾਡੇ ਖਾਤੇ ਪਈ ਹੈ ਕਿ ਕਲਾਸਰੂਮਸ ਬਣਾਉਣੇ ਹੈਗੇ। ਜਿਸ ਤਰ੍ਹਾਂ ਬਾਬਾ ਜੀ ਦਾ ਹੁਕਮ ਹੈਗਾ, ਬਾਬਾ ਇਕਬਾਲ ਸਿੰਘ ਜੀ ਦਾ ਹੁਕਮ ਹੈ ਕਿ ਕਲਾਸਰੂਮਸ ਦੀ ਸੇਵਾ ਰੁਕਣੀ ਨਹੀਂ ਚਾਹੀਦੀਆਂ, ਭਾਵੇਂ ਕੋਵਿਡ ਹੋਏ, ਭਾਵੇਂ ਕਿਸੇ ਵੀ ਤੌਰ ਦੀ ਤੰਗੀ ਹੋਏ, ਉਹ ਕਲਾਸਰੂਮਸ ਜ਼ਰੂਰ ਬਣਨੇ ਚਾਹੀਦੇ ਹੈ। ਅਤੇ ਜਿੱਥੇ ਸੰਗਤ ਦੀ ਸੇਵਾ ਅਤੇ ਮਾਇਆ ਦੇ ਨਾਲ ਉਹਨਾਂ ਦਾ ਕੰਮ ਹੋ ਰਿਹਾ ਹੈ। ਜਗਜੀਤ ਸਿੰਘ ਜੀ ਤੁਸੀਂ ਇਸ ਸਾਰੀ ਕੰਸਟਰਕਸ਼ਨ ਨੂੰ ਓਵਰਸੀ ਕਰ ਰਹੇ ਹੋ। ਸਭ ਤੋਂ ਪਹਿਲੇ ਤਾਂ ਜਗਜੀਤ ਸਿੰਘ ਜੀ ਬਿਫੋਰ ਵੀ ਗੈਟ ਟੂ ਕਿ ਕੀ ਹੋਰ ਹਾਲੇ ਵੀ ਕਰਨਾ ਬਾਕੀ ਹੈ, ਪਲੀਜ਼ ਸਾਨੂੰ ਦੱਸੋ ਹਾਲੇ ਤੱਕ ਅਸੀਂ ਕੀ ਕੁਝ ਕੀਤਾ ਹੈ, ਖਾਸ ਕਰਕੇ ਜਿੱਥੇ ਇਹ ਕਲਾਸਰੂਮਸ ਜਾਂ ਹੋਰ ਵੱਡੇ ਜੋ ਕੰਸਟਰਕਸ਼ਨ ਦੇ ਪ੍ਰੋਜੈਕਟਸ ਹੈ ਉਹਨਾਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਹੈ। ਪਲੀਜ਼ ਸਾਨੂੰ ਥੋੜ੍ਹੀ ਜਿਹੀ ਇਹਦੀ ਅਪਡੇਟ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਬਾਬਾ ਜੀ ਦੇ ਮਿਸ਼ਨ ਨੂੰ ਸਾਰੇ ਸੰਗਤਾਂ ਭਲੀ ਭਾਂਤ ਜਾਣਦੇ ਹੋ, ਜੋ ਕਿ 1987 ਤੋਂ 5 ਬੱਚਿਆਂ ਨਾਲ ਸ਼ੁਰੂ ਹੋਇਆ। ਅੱਜ 129 ਅਕਾਲ ਅਕੈਡਮੀ, 2 ਯੂਨੀਵਰਸਿਟੀਆਂ ਦੀ ਕੰਸਟਰਕਸ਼ਨ ਜੋ ਹੈ ਲਗਾਤਾਰ ਚੱਲ ਰਹੀ ਹੈ। ਨਾਲ ਨਾਲ ਗੁਰੂ ਘਰਾਂ ਦੀ ਸੇਵਾ ਵੀ ਚੱਲ ਰਹੀ ਹੈ। ਬੜੂ ਸਾਹਿਬ ਸੰਸਥਾ ਕਲਗੀਧਰ ਟਰੱਸਟ ਕਲਗੀਧਰ ਸੁਸਾਇਟੀ ਵੱਲੋਂ 77 ਲੱਖ ਸਕੁਅਰ ਫੁੱਟ ਏਰੀਆ ਕਵਰ ਹੋ ਚੁੱਕਾ ਹੁਣ ਤੱਕ, ਜੋ ਕਿ ਸਾਰੀਆਂ ਸੰਗਤਾਂ ਦਾ ਸਾਥ ਸਹਿਯੋਗ ਔਰ ਜੋ ਦਾਸਾਂ ਨੂੰਹਾਂ ਦੀ ਕਿਰਤ ਕਮਾਈ ਦੀ ਮਾਇਆ ਸਫਲੀ ਕੀਤੀ ਹੈ, ਇਹ ਸਾਰੀਆਂ ਸੰਗਤਾਂ ਨੇ ਯੋਗਦਾਨ ਪਾ ਕੇ ਕੀਤੀ ਹੈ। ਹਰ ਸਾਲ ਕਿਉਂਕਿ ਬੱਚਿਆਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਹਰ ਸਾਲ ਇਸ ਸੰਸਥਾ ਨੂੰ ਲਗਭਗ 200 ਕਮਰਿਆਂ ਦੀ ਲੋੜ ਪੈਂਦੀ ਹੈ, ਜਿਸ ਵਿੱਚ ਕਲਾਸਰੂਮ ਵੀ ਨੇ
और लैब्स भी ने, लाइब्रेरीज ने, टॉयलेट ब्लॉक ने और प्रिंसीपल रेजिडेंस ने, सिक्योरिटी गार्ड रेजिडेंस ने। इस तरह एक हर साल की जरूरत ਹੁੰਦੀ ਹੈ ਕਿਉਂਕਿ ਕੋਵਿਡ ਕਰਕੇ 2 ਸਾਲ ਇਮਾਰਤਾਂ ਨਹੀਂ ਬਣ ਸਕੀਆਂ। ਜੋ ਤੁਹਾਡੀ ਸਾਰਿਆਂ ਦੀ ਦਸਵੰਧ ਦੀ ਮਾਇਆ ਆਈ ਉਹ ਟੀਚਰਾਂ ਦੀ ਸੈਲਰੀ ਤੇ ਹੀ ਲੱਗਦੀ ਰਹੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਤੰਗੀ ਸੀ ਪੰਜਾਬ ਦੇ ਵਿੱਚ, ਸਾਰੇ ਹਿੰਦੁਸਤਾਨ 'ਚ ਹੀ ਸੀ, ਸਾਰੇ ਮੁਲਕ 'ਚ ਸੀ। ਪਰ ਉਸ ਕਰਕੇ 2 ਸਾਲ ਦੀ ਇਮਾਰਤਾਂ ਜੋ ਬਣਨੀਆਂ ਸੀ ਉਹ ਨਹੀਂ ਬਣ ਸਕੀਆਂ। ਹੁਣ ਸਾਰਿਆਂ ਤੋਂ ਅਸੀਂ ਰਿਕੁਐਸਟ ਕਰ ਰਹੇ ਹਾਂ ਸਾਰੀਆਂ ਸੰਗਤਾਂ ਨੂੰ, ਜੋ ਪਿਛਲੇ 2 ਸਾਲਾਂ ਤੋਂ ਨਹੀਂ ਬਣੀ ਸੀ ਇਮਾਰਤਾਂ ਉਹ ਹੁਣ ਲੋੜ ਹੈ ਕਿਉਂਕਿ 12 ਸਕੂਲ ਸਾਡੇ ਹੋਰ +2 ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਤੇ 10 ਸਕੂਲ 10th ਦੇ ਵਿੱਚ ਪ੍ਰਵੇਸ਼ ਕਰ ਰਹੇ, 22 ਸਕੂਲ ਅਪਗ੍ਰੇਡ ਹੋ ਰਹੇ ਨੇ। ਬਾਕੀ ਸਾਰੀਆਂ ਕਲਾਸਾਂ ਵੀ ਥੱਲੋਂ ਜੋ ਨੇ ਉੱਪਰ ਆ ਰਹੀਆਂ ਨੇ। ਪਿੰਡਾਂ ਦੇ ਵਿੱਚ ਜਿੰਨੇ ਵੀ ਸਕੂਲ ਖੁੱਲੇ ਸਨ ਉਹ ਨਰਸਰੀ KG ਔਰ ਫਸਟ ਕਲਾਸ ਤੋਂ ਖੁੱਲੇ ਸੀ, ਜੋ ਕਿ ਹੁਣ 50 ਤੋਂ ਉੱਪਰ +2 ਚ ਆ ਗਏ ਨੇ ਔਰ 85 ਦੇ ਕਰੀਬ ਸਕੂਲ ਜੋ ਨੇ 10th ਤੋਂ ਉੱਪਰ ਚਲੇ ਗਏ ਹੈਗੇ। ਇਹਨਾਂ ਸਾਰਿਆਂ ਨੂੰ 129 ਸਕੂਲਾਂ ਨੂੰ ਹੀ 10th ਔਰ +2 ਤੱਕ ਲੈ ਕੇ ਜਾਣਾ ਹੈ। ਸੋ ਆਪ ਸਾਰੀਆਂ ਸੰਗਤਾਂ ਦੀ ਜੋ ਦਸਵੰਧ ਦੀ ਮਾਇਆ ਹੈ ਉਹ ਇਸ ਵੇਲੇ ਦੀ ਜੋ ਵੱਡੀ ਲੋੜ ਹੈ ਉਹ 200 ਕਮਰੇ ਕਲਾਸਰੂਮ ਜੋ ਬੰਨੇ ਹਨ। ਜਿਵੇਂ ਕਿ ਮੈਂ ਪੁਰਾਣੇ ਵਾਲੇ ਅਕਾਲ ਅਕੈਡਮੀ ਜੋ ਭਾਜੀ ਸਾਡੇ ਨਾਲ ਨੇ ਭਾਈ ਰਾਜ ਸਿੰਘ ਜੀ, ਜੇ ਆਪਾਂ ਅਕਾਲ ਅਕੈਡਮੀ ਪੁਰਾਣੇ ਵਾਲੇ ਦੀ ਗੱਲ ਕਰੀਏ ਤੇ ਇਹ ਇਸ ਮਹੀਨੇ ਹੀ +2 ਦੇ ਵਿੱਚ ਇਹ ਸਕੂਲ ਹੋ ਚੁੱਕਾ ਹੈ, ਜੋ ਕਿ ਅਕਾਲ ਅਕੈਡਮੀ ਪੁਰਾਣੇ ਵਾਲ ਹੁਣ +2 ਦੇ ਵਿੱਚ ਪਹੁੰਚ ਚੁੱਕਾ ਹੈ। ਉਸ ਦੀ ਕਿਉਂਕਿ ਕੋਵਿਡ ਕਰਕੇ ਵਿਜ਼ਿਟ ਨਹੀਂ ਸੀ ਹੋਈ, ਹੁਣ ਕਿਸੇ ਵੇਲੇ ਵੀ ਵਿਜ਼ਿਟ ਹੋ ਸਕਦੀ ਹੈ ਟੀਮ ਦੀ, ਤੇ ਅਸੀਂ ਉੱਥੇ ਕਲਾਸਰੂਮ ਲੈਬ ਸਾਰੀਆਂ ਬਣਾ ਰਹੇ ਹਾਂ। ਉੱਥੇ ਲਗਭਗ ਜੋ ਸਾਡਾ 5000 ਸਕੁਅਰ ਫੁੱਟ ਏਰੀਆ ਹੋਰ ਐਡ ਹੋਣਾ ਹੈ, ਜਿਸ ਦੀ ਜੋ ਖਰਚ ਹੈ ਉਹ 75 ਤੋਂ 80 ਲੱਖ ਰੁਪਏ ਦਾ ਖਰਚ ਆਉਣਾ ਹੈਗਾ। ਇਸ ਤਰ੍ਹਾਂ ਹੀ ਜਿਹੜੀਆਂ ਆਪ ਜੀ ਨੂੰ ਮੈਂ 22 ਸਕੂਲ ਗਿਣਾ ਰਿਹਾ ਹਾਂ 10th ਔਰ +2 ਦੇ, ਉਹਨਾਂ ਸਾਰਿਆਂ ਦੇ ਵਿੱਚ ਹੀ ਲੈਬ, ਲਾਇਬ੍ਰੇਰੀ ਔਰ ਕਲਾਸਰੂਮ ਦੇ ਨਾਲ ਜਿਵੇਂ ਆਪਾਂ ਕਲਾਸਰੂਮ ਬਣਾਵਾਂਗੇ ਸਟੇਅਰਕੇਸ, ਟਾਇਲਟ ਬਲਾਕ, ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਇਸ ਸਾਲ ਦੀ ਜੋ ਹੈ ਇਹ ਜਿਹੜੀ ਡਿਟੇਲ ਆਪ ਜੀ ਨੂੰ ਮੈਂ ਦੱਸਣ ਜਾ ਰਿਹਾ ਹਾਂ, 200 ਕਲਾਸਰੂਮ, 15 ਲੈਬ और 15 लाइब्रेरियां, 12 टॉयलेट ब्लॉक और सिक्योरिटी गार्ड रूम, रैशी रूम जो है ने सिक्योरिटी गार्डां दे वो 15 और प्रिंसीपल रेजिडेंस ब्लॉक जो है ने वो 15 बनने हैं। और इस तो लैदा बड़ू साहब विच एग्रीकल्चर कॉलेज की उसारी चल रही है, जो कि इस तरह के अनेक कालेज ने जो कि छोटे छोटे होर बहुत ने अनगिनत, जो ਅਸੀਂ ਲਿਸਟ 'ਚ ਦੇਖੀਏ ਤਾਂ ਲਗਭਗ 165 ਸਾਈਡਾਂ ਦੇ ਛੋਟੇ ਛੋਟੇ ਕੰਮ ਜਿਹੜੇ ਨੇ ਵੱਡੇ ਔਰ ਛੋਟੇ ਮਿਲਾ ਕੇ ਸਟਾਰਟ ਕੀਤੇ ਹੋਣ। ਇਹ ਸਾਰੀ ਜਿਹੜੀ ਜਿਹਨੂੰ ਮੈਂ ਦੱਸੀ ਹੈ ਇਮਾਰਤਾਂ ਦੀ ਕੰਸਟਰਕਸ਼ਨ ਏਰੀਆ ਨਵੀਂ ਦੀ, ਇਹ ਸਾਰੀ ਦੀ ਉਸਾਰੀ 50 ਕਰੋੜ ਰੁਪਏ ਦੀ ਹੈ, ਜਿਸ ਵਿੱਚ ਬਿਲਡਿੰਗਾਂ ਦੇ ਪੇਂਟ ਵੀ ਨੇ, ਬਾਸਕਟਬਾਲ ਕੋਰਟ ਵੀ ਨੇ ਔਰ ਸਪੋਰਟਸ ਦੇ ਵਾਲੀਬਾਲ ਕੋਰਟਸ ਨੇ ਕਿ ਜੋ ਕਿ ਬੱਚਿਆਂ ਨੂੰ ਸਪੋਰਟਸ ਦੇ ਨਾਲ 50 ਕਰੋੜ ਰੁਪਏ ਦਾ ਜੋ ਖਰਚ ਹੈ ਇਹ ਸਾਡਾ ਮਿਥਿਆ ਗਿਆ ਹੈ। ਇਹ ਕਰਨਾ ਹੈ ਸੰਗਤ ਦੇ ਉਦਮ ਸਦਕੇ ਔਰ ਉਪਰਾਲੇ ਨਾਲ ਇਹ ਸਾਰੇ ਕਾਰਜ ਹੋਣੇ ਨੇ। ਆਪ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਜੋ ਇਹ ਬੱਚੇ ਨੰਨੇ ਮੁੰਨੇ ਅਕਾਲ ਅਕੈਡਮੀਆਂ 'ਚ ਪੜ੍ਹ ਰਹੇ ਨੇ, ਜੋ ਇਹ ਜਪਜੀ ਸਾਹਿਬ ਸਵੇਰ ਦਾ ਨਿਤਨੇਮ ਹੋ ਰਿਹਾ ਹੈ, ਆਪ ਦੀ ਦਿੱਤੀ ਹੋਈ ਦਸਵੰਧ ਦੀ ਜੋ ਮਾਇਆ ਹੈ ਉਸਦੇ ਵਿੱਚ ਬੱਚਿਆਂ ਦਾ ਜੋ ਅੰਮ੍ਰਿਤ ਵੇਲਾ ਹੈ ਜੋ ਅਕਾਲ ਅਕੈਡਮੀਆਂ ਸੰਭਾਲਿਆ ਜਾ ਰਿਹਾ ਹੈ, ਆਪ ਸਾਰੇ ਉਸ ਦੇ ਤੋਂ ਦੀ ਅਸੀਸ ਲੈ ਰਹੇ ਹੋ। ਬੱਚਿਆਂ ਦਾ ਜੋ ਨਿਤਨੇਮ ਹੈ ਉਸ ਦੀ ਜੋ ਬਰਕਤ ਹੈ ਉਹ ਦਸਵੰਧ ਦੀ ਦਿੱਤੀ ਮਾਇਆ ਤੇ ਆਪ ਸਾਰਿਆਂ ਨੂੰ ਕਰ ਰਹੀ ਹੈ। ਦਾਸ ਇਹੀ ਮਹਾਂਪੁਰਸ਼ ਬਾਬਾ ਇਕਬਾਲ ਸਿੰਘ ਜੀ ਹੋਰਾਂ ਵੱਲੋਂ ਬੇਨਤੀ ਕਰਦਾ ਹੈ ਵੀ ਜੋ ਇਹ ਕਾਰਜ ਹਨ ਗੁਰੂ ਸਾਹਿਬ ਦੀ ਸਮੁੱਚੀ ਸੰਸਥਾ ਦੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਹਿਮਾਚਲ
ਇਹ ਸਾਰੇ ਕਾਰਜ ਆਪ ਦੇ ਸਾਰਿਆਂ ਦੇ ਸਾਥ ਸਹਿਯੋਗ ਨਾਲ ਹੋਣੇ ਨੇ। ਇੱਥੋਂ ਤੱਕ ਵੀ ਹੁਣ ਇੱਕ ਹੋਰ ਨਵਾਂ ਕਾਰਜ ਆਰੰਭਿਆ ਜਾ ਰਿਹਾ ਹੈ। ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀਲੰਕਾ ਗਏ ਸੀ, ਉੱਥੇ ਰਮੇਸ਼ਵਰਮ ਗੁਰੂ ਘਰ ਹੈ ਜੋ ਗੁਰੂ ਨਾਨਕ ਪਾਤਸ਼ਾਹ ਉੱਥੇ ਠਹਿਰੇ ਨੇ। ਉਸਦੇ ਰਸਤੇ ਦੇ ਵਿੱਚ ਬਾਬਾ ਜੀ ਹੋਰਾਂ ਨੇ ਤਮਿਲਨਾਡੂ ਜ਼ਮੀਨ ਲਈ ਸੀ। ਉੱਥੇ ਵੀ ਗੁਰੂ ਘਰ ਦਾ ਪ੍ਰਕਾਸ਼ ਹੋ ਚੁੱਕਾ ਹੈ। ਉੱਥੇ ਵੀ ਗੁਰੂ ਘਰ ਦੀ ਇਮਾਰਤ ਬਣਨ ਦਾ ਬਾਬਾ ਜੀ ਵੱਲੋਂ ਆਦੇਸ਼ ਹੋਇਆ ਹੈ। ਉੱਥੇ ਵੀ ਇਹ ਇਮਾਰਤ ਨਵੀਂ ਹੁਣ ਸਟਾਰਟ ਹੋਵੇਗੀ। ਸੋ 13 ਇਮਾਰਤਾਂ ਨਵੀਆਂ ਬਣ ਰਹੀਆਂ ਹਨ। ਸਰਾਵਾਂ ਉਹ ਜੋ ਨਵੀਆਂ ਬਣ ਰਹੀਆਂ ਹਨ ਸੰਗਤ ਦੇ ਪੌਂਟਾ ਸਾਹਿਬ ਤੋਂ ਸਾਹਿਬ, ਔਰ ਇਸੇ ਤਰ੍ਹਾਂ ਜੋ ਅਕਾਲ ਅਕੈਡਮੀਆਂ ਦੇ ਕਮਰੇ, ਲਾਇਬ੍ਰੇਰੀ ਔਰ ਟਾਇਲਟ ਬਲਾਕ, ਰੈਜ਼ੀਡੈਂਸ, ਇਹ ਸਾਰਾ ਕੁਝ ਜੋ ਇਮਾਰਤਾਂ ਦਾ ਚੱਲ ਰਿਹਾ ਹੈ। ਜੀ ਸੋ ਆਪ ਜੀ ਜੀ ਜਗਜੀਤ ਸਿੰਘ ਜੀ, ਤੁਸੀਂ ਇੰਨੀ ਗਹਿਰਾਈ ਦੇ ਨਾਲ ਸਾਨੂੰ ਦੱਸਿਆ ਕਿ ਕੰਮ ਕਿੰਨਾ ਹਲੇ ਪੈਂਡਿੰਗ ਹੈ। ਆਈ ਮੀਨ ਇੱਕ ਪਾਸੇ ਤਾਂ ਜਿੱਦਾਂ ਕਹਿੰਦੇ ਨਾ ਲਾਈਕ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਦੇਖੋ ਨਾ ਕਿ ਸਿਰਫ ਸਾਡੇ ਫਿਊਚਰ ਲਈ, ਸਾਡੀ ਅਗਲੀ ਪੀੜ੍ਹੀਆਂ ਲਈ, ਬੱਚਿਆਂ ਲਈ ਅਕੈਡਮੀਜ਼, ਸਕੂਲਸ, ਲੈਬੋਰੇਟਰੀਜ਼, ਲਾਇਬ੍ਰੇਰੀਜ਼ ਬਣ ਰਹੀਆਂ, ਉਹਨਾਂ ਨੂੰ ਵੱਧ ਤੋਂ ਵੱਧ ਵਧੀਆ ਪ੍ਰੋਫੈਸ਼ਨਲਸ ਆ ਕੇ ਸਿਖਾਉਣ, ਪ੍ਰਿੰਸੀਪਲਸ ਦੇ ਰਹਿਣ ਲਈ ਥਾਵਾਂ ਬਣ ਰਹੀਆਂ। ਬਟ ਮੋਰ ਇੰਪੋਰਟੈਂਟਲੀ ਜੋ ਸਾਡਾ ਇਤਿਹਾਸ ਹੈ, ਜੋ ਸੰਸਥਾ ਦਾ ਇਤਿਹਾਸ ਹੈ, ਭਾਵੇਂ ਉਹ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਇਤਿਹਾਸ ਹੋਵੇ, ਉਹ ਮਿਊਜ਼ੀਅਮ ਦੀ ਗੱਲ ਤੁਸੀਂ ਕਰ ਰਹੇ ਹੋ, ਸੰਤ ਬਾਬਾ ਤੇਜਾ ਸਿੰਘ ਦੀ ਇਤਿਹਾਸ ਨੂੰ ਪ੍ਰੀਜ਼ਰਵ ਕਰਨ ਦੀ ਤੁਸੀਂ ਸਾਨੂੰ ਅਪਡੇਟਸ ਦੱਸੀਆਂ। ਕਿੰਨਾ ਕੰਮ ਹਾਲੇ ਬਾਕੀ ਹੈ, ਰਾਈਟ? ਇਹਨੂੰ ਸੁਣ ਕੇ ਤਾਂ ਮੈਨੂੰ ਲੱਗਦਾ ਹੈ ਕਿ ਸੰਗਤਾਂ ਨੂੰ ਹੋਰ ਵੀ ਸਪੋਰਟ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਜੋ ਇਸ ਵੇਲੇ ਕੰਮ, ਇਸ ਵੇਲੇ ਲੋੜ ਹੈਗੀ, ਜੋ ਪਿਛਲੇ 2 ਸਾਲਾਂ ਤੋਂ ਬੈਕਲੌਗ ਪਿੱਛੇ ਰਹਿ ਗਿਆ ਕੰਮ, ਉਹਦੇ ਲਈ, ਬਟ ਆਉਣ ਵਾਲੇ ਸਮੇਂ ਲਈ ਜੋ ਨਵਾਂ ਕੰਮ ਹੋ ਰਿਹਾ ਹੈ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਸਾਰੇ ਪੈਨਲਿਸਟ ਨੂੰ ਬੇਨਤੀ ਹੈ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ। ਹੋਰ ਅਪਡੇਟਸ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ। ਹਰ ਐਤਵਾਰ ਸ਼ਾਮ ਨੂੰ ਤੁਹਾਡੇ ਨਾਲ ਜੁੜਦੇ ਹਾਂ ਅਤੇ ਤੁਹਾਡੇ ਨਾਲ ਗੱਲ ਕਰਾਉਂਦੇ ਹਾਂ ਕਲਗੀਧਰ ਟਰੱਸਟ, ਬੜੂ ਸਾਹਿਬ, ਅਕਾਲ ਅਕੈਡਮੀਜ਼ ਦੇ ਵੱਖ-ਵੱਖ ਸੇਵਾਦਾਰਾਂ ਦੇ ਨਾਲ, ਸਪੋਰਟਰਸ ਦੇ ਨਾਲ। ਅਤੇ ਉਮੀਦ ਹੈ ਕਿ ਤੁਸੀਂ ਵੀ ਇੱਕ ਸਪੋਰਟਰ ਦੇ ਤੌਰ 'ਤੇ ਸਾਨੂੰ ਵੇਖ ਰਹੇ ਹੋ, ਸੁਣ ਰਹੇ ਹੋ, ਇਸ ਕੰਮ ਬਾਰੇ ਜਾਣਕਾਰੀ ਪਾ ਰਹੇ ਹੋ ਅਤੇ ਅਲਟੀਮੇਟਲੀ ਸਪੋਰਟ ਕਰ ਰਹੇ ਹੋ, ਆਪ ਦਾ ਦਸਵੰਧ ਕੱਢ ਰਹੇ ਹੋ ਇਸ ਮਿਸ਼ਨ ਲਈ। ਅਤੇ ਇੱਕ ਵਾਰੀ ਫਿਰ ਮੈਂ ਸਾਡੇ ਸਾਰੇ ਪੈਨਲਿਸਟ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਨਾ ਚਾਹੁੰਦੀ ਹਾਂ। ਸਾਡੇ ਨਾਲ ਜੁੜੇ ਹਨ ਇੰਡੀਆ ਤੋਂ ਜਗਜੀਤ ਸਿੰਘ ਜੀ, ਸੇਵਾਦਾਰ, ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ। ਅਤੇ ਤੁਸੀਂ ਸਾਰੀ ਕੰਸਟਰਕਸ਼ਨ ਵੇਖ ਰਹੇ ਹੋ ਅਤੇ ਸਾਨੂੰ ਤੁਸੀਂ ਵੱਖ-ਵੱਖ ਅਪਡੇਟਸ ਦਿੱਤੀਆਂ। ਬਹੁਤ ਹੀ ਦਿਲ ਖੁਸ਼ ਹੋਇਆ ਸੁਣ ਕੇ ਕਿ ਨਾ ਕਿ ਸਿਰਫ ਭਾਵੇਂ ਤੰਗੀ ਰਹੀ ਹੈ ਕੋਵਿਡ ਕਰਕੇ ਐਂਡ ਹੋਰ ਵੱਖ-ਵੱਖ ਕਾਰਨਾਂ ਕਰਕੇ, ਕਿ ਜੋ ਬੱਚਿਆਂ ਦੀ ਅਕੈਡਮੀਜ਼ ਹਨ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਕਿੰਨੇ ਜ਼ਿਆਦਾ ਸਕੂਲਸ ਵੀ ਸਾਨੂੰ ਦੱਸ ਰਹੇ ਸੀ ਜਿਨ੍ਹਾਂ ਨੂੰ ਐਡਵਾਂਸਡ ਡੈਜ਼ਿਗਨੇਸ਼ਨ ਮਿਲ ਰਹੀ ਹੈ, ਮੀਨਿੰਗ ਉਹਨਾਂ ਦੇ ਵਿੱਚ ਹੋਰ ਕਰਿਕੂਲਮਸ, ਹੋਰ ਕਲਾਸਰੂਮਸ, ਹੋਰ ਗ੍ਰੇਡਸ ਨੂੰ ਇਨਕਲੂਡ ਕੀਤਾ ਜਾ ਰਿਹਾ ਹੈ। ਅਤੇ ਇਹ ਜੋ ਮੈਂ ਕਹਾਂਗੀ ਪ੍ਰੋਗਰੈਸ ਹੈਗਾ, ਇਹਦੇ ਵਿੱਚ ਇੱਕ ਬਹੁਤ ਹੀ ਸਪੈਸ਼ਲ ਅਕੈਡਮੀ ਆਉਂਦੀ ਹੈ, ਪੁਰਾਣੇਵਾਲ ਅਕੈਡਮੀ, ਜਿਹਦੀ ਸੇਵਾ ਕੀਤੀ ਗਈ ਰਾਜ ਸਿੰਘ ਗਿੱਲ ਅਤੇ ਕੁਲਵੰਤ ਕੌਰ ਗਿੱਲ ਤੁਹਾਡੇ ਪਰਿਵਾਰ ਵੱਲੋਂ। ਤੁਹਾਨੂੰ ਦੋਨਾਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਸਾਡੀ ਵੀ ਟੀਮ ਕਦੀ ਵੀ ਹਿਊਸਟਨ ਆਉਂਦੀ ਹੈ, ਤੁਸੀਂ ਸਾਨੂੰ ਇੰਨੇ ਪਿਆਰ, ਮਾਣ ਅਤੇ ਸਤਿਕਾਰ ਦੇ ਨਾਲ ਆਪ ਦੇ ਕੋਲ ਰੱਖਦੇ ਹੋ, ਸਾਡਾ ਖਿਆਲ ਰੱਖਦੇ ਹੋ, ਪਿਆਰ ਦਿੰਦੇ ਹੋ। ਥੈਂਕ ਯੂ ਸੋ ਮਚ ਕਿ ਅੱਜ ਤੁਸੀਂ ਸਾਡੇ ਨਾਲ ਜੁੜੇ। ਸਭ ਤੋਂ ਪਹਿਲੇ ਰਾਜ ਸਿੰਘ ਗਿੱਲ ਜੀ, ਤੁਸੀਂ ਇੰਨੇ ਪੁਰਾਣੇ ਸਮੇਂ ਤੋਂ ਸੰਸਥਾ ਨਾਲ ਜੁੜੇ ਹੋਏ, ਬਾਬਾ ਇਕਬਾਲ ਜੀ ਦਾ ਪਿਆਰ ਤੁਹਾਡੇ ਨਾਲ ਹੈ। ਉਹਨਾਂ ਨੇ ਤੁਹਾਡੀ ਪਰਿਵਾਰ ਉੱਤੇ ਇੱਕ ਬਖਸ਼ਿਸ਼ ਕੀਤੀ ਹੋਈ ਹੈ। ਰਾਜ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਵਿਊਅਰਸ ਨੂੰ ਅੱਜ? ਹਾਂਜੀ, ਪਹਿਲੀ ਗੱਲ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ। ਸੁਨੀਤਾ ਜੀ, ਆਪ ਜੀ ਦਾ ਤੇ ਤੁਹਾਡੀ ਮੰਮੀ ਦਾ ਬਹੁਤ ਬਹੁਤ ਧੰਨਵਾਦ, ਜਸ ਪੰਜਾਬੀ ਦਾ, ਤੇ ਤੁਹਾਡੇ ਸਾਰੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਸਾਨੂੰ ਸਾਰਿਆਂ ਨੂੰ
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੰਘ ਕੇ ਗਏ ਦੀਆਂ ਵਧਾਈਆਂ ਤੇ ਜਿਹੜਾ ਖਾਲਸਾ ਆਪਣਾ ਕਿਸਾਨ ਮੋਰਚਾ ਫਤਿਹ ਹੋਇਆ ਉਹਦੀਆਂ ਵੀ ਬਹੁਤ ਬਹੁਤ ਵਧਾਈਆਂ। ਤੇ ਬਾਕੀ ਜਿੱਥੋਂ ਤੱਕ ਤੁਸੀਂ ਸਾਡੀ ਗੱਲ ਕੀਤੀ ਆ ਸੇਵਾ ਦੀ ਕਾਲ ਅਕੈਡਮੀ ਦੀ ਜਾਂ ਧੰਨ ਧੰਨ ਬਾਬਾ ਇਕਬਾਲ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਦੀ ਐਡੀ ਵੱਡੀ ਸੇਵਾ, ਦੇਖੋ ਅਸੀਂ ਤਾਂ ਕੁਛ ਵੀ ਨਹੀਂ ਗਏ, ਮਤਲਬ ਨਾ ਅਸੀਂ ਕੁਛ ਕਰ ਸਕਦੇ ਆ। ਚਲੋ ਭਾਣਾ ਵਾਪਰਿਆ, ਬੱਚਾ ਚੜਾਈ ਕਰ ਗਿਆ, ਐਕਸੀਡੈਂਟ ਹੋ ਗਿਆ ਸੀਗਾ 2006 ਵਿੱਚ ਤੇ ਬਾਬਾ ਜੀ ਆਏ ਸੀ। ਵੈਸੇ ਬਾਬਾ ਜੀ ਪਹਿਲਾਂ ਵੀ ਆਉਂਦੇ ਸੀ, ਅਸੀਂ ਦਰਸ਼ਨ ਕਰਦੇ ਸੀ। ਤੇ ਜਦੋਂ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਇਸ ਤਰ੍ਹਾਂ ਕਰਕੇ ਆ ਹੋਇਆ ਤੇ ਅਸੀਂ ਅਕੈਡਮੀ ਮਤਲਬ ਬਣਾਉਣੀ ਚਾਹੁੰਦੇ ਆ, ਉਹਦਾ ਵੀ ਕਾਰਨ ਸੀਗਾ ਸਮੀਤਾ ਜੀ ਵੀ ਮੈਂ ਬਹੁਤ ਗਰੀਬ ਘਰ ਵਿੱਚ, ਮੇਰੇ ਪਿਤਾ ਜੀ ਚੜਾਈ ਕਰ ਗਏ ਸੀ ਤੇ ਮੈਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਜਦੋਂ ਮੈਂ ਨਹੀਂ ਪੜ੍ਹ ਸਕਿਆ ਤਾਂ ਗਾ ਫਿਰ ਜਦੋਂ ਮੈਂ ਇੱਧਰ ਆ ਗਿਆ ਤੇ ਮੇਰੇ ਬੱਚੇ ਵੀ 10 ਸਾਲ ਉੱਥੇ ਇਕੱਲੇ ਰਹੇ ਵਾਈਫ ਦੇ ਨਾਲ, ਉਹ ਵੀ ਵਧੀਆ ਸਕੂਲ 'ਚ ਨਹੀਂ ਜਾ ਸਕੇ। ਮੈਨੂੰ ਇਸ ਗੱਲ ਦੀ ਬਹੁਤ ਵੱਡੀ ਘਾਟ ਸੀਗੀ ਕਿ ਮੈਂ ਬੱਚੇ ਨਹੀਂ ਪੜ੍ਹਾ ਸਕਿਆ, ਮੈਂ ਆਪ ਨਹੀਂ ਸਕੂਲ ਵਿੱਚ ਕਿਸੇ ਚੰਗੇ 'ਚ ਪੜ੍ਹ ਸਕਿਆ। ਤੇ ਮਨ ਵਿੱਚ ਇੱਕ ਬਹੁਤ ਵੱਡਾ ਸੀਗਾ ਵੀ ਜੇ ਕਿਤੇ ਮਹਾਰਾਜ ਕਿਰਪਾ ਕਰਨ ਤੇ ਪਰਮਾਤਮਾ ਨੇ ਕੋਈ ਚੰਗੇ ਕਿੰਨੇ ਮਾੜੇ ਚੋਂ ਚੰਗਾ ਹੋਇਆ ਵੀ ਚਲੋ ਐਕਸੀਡੈਂਟ ਹੋਇਆ, ਬੱਚੇ ਦਾ ਨੁਕਸਾਨ ਹੋਇਆ, ਪਰ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਉਹ ਮਾੜੇ ਸਮੇਂ ਨੂੰ ਚੰਗੇ ਵਿੱਚ ਬਦਲਤਾ। ਤੇ ਬਾਬਾ ਜੀ ਕਹਿੰਦੇ ਭਾਈ ਸਾਨੂੰ ਵੀ ਇਸ ਇਲਾਕੇ ਵਿੱਚ ਅਕੈਡਮੀ ਦੀ ਲੋੜ ਸੀਗੀ, ਵੀ ਕੋਈ ਨਾ ਅਕੈਡਮੀ ਬਣਾ ਦੇਂਗੇ, ਵੀ ਅਕੈਡਮੀ ਵਾਸਤੇ 5 ਕਿੱਲੇ ਜ਼ਮੀਨ ਚਾਹੀਦੀ ਆ, 40 ਲੱਖ ਰੁਪਈਆ ਚਾਹੀਦਾ। ਮੈਂ ਕਿਹਾ ਬਾਬਾ ਜੀ ਜੇ ਤੁਹਾਡੀ ਕਿਰਪਾ ਹੋਵੇ ਸਾਰਾ ਕੁਝ ਹੋ ਸਕਦਾ, ਤੁਸੀਂ ਕਿਰਪਾ ਕਰਕੇ ਅਕੈਡਮੀ ਬਣਾ ਦਿਓ। ਤੇ ਬਾਬਾ ਜੀ ਨੇ ਸਰਵੇਅਰ ਭੇਜੇ, ਸਰਵੇ ਵਾਲੇ ਭੇਜੇ, ਉਹਨਾਂ ਨੇ ਦੂਜੇ ਦਿਨ ਹੀ ਆ ਕੇ ਸਾਨੂੰ ਮਤਲਬ ਜਦੋਂ ਬਾਬਾ ਜੀ ਨੂੰ ਦੱਸਤਾ ਵੀ ਅਕੈਡਮੀ ਉੱਥੇ ਬਣ ਸਕਦੀ, ਕਿਉਂਕਿ ਜੋ ਉਹਨਾਂ ਦੀ ਰਿਕੁਆਇਰਮੈਂਟ ਅਸੀਂ ਪੂਰੀਆਂ ਕਰਤੀ ਸੀ। ਚਲੋ ਇਹ ਉਹਨਾਂ ਦੀ ਵਡਿਆਈ ਆ, ਬਾਬਾ ਜੀ ਨੇ ਬਖਸ਼ਿਸ਼ ਕੀਤੀ ਵੀ ਉਸ ਏਡੇ ਵੱਡੇ ਦੁੱਖ ਨੂੰ ਸਾਨੂੰ ਇਸ ਪਾਸੇ ਜੋੜਿਆ। ਤੇ ਜੋ ਸੁਪਨੇ ਮੇਰੇ ਜਾਂ ਮੇਰੇ ਦਾਦਾ ਜੀ ਜਿਹੜੇ ਕਿ ਬਾਬਾ ਜੀ ਕੇਰ ਸਿੰਘ ਗਦਰੀ ਬਾਬੇ ਜਿਹੜੇ ਇੱਥੋਂ ਗਏ, ਜਿਨ੍ਹਾਂ ਦੇ ਮਨ ਵਿੱਚ ਵੀ ਇਹ ਸੀ ਕਿ ਅਸੀਂ ਕੋਈ ਸਕੂਲਾਂ ਦੀ ਸੇਵਾ ਕਰੀਏ, ਜਿਵੇਂ ਮੇਰੇ ਚਾਲੜੇ ਦਾਦਾ ਜੀ ਮਤਲਬ ਜਿਹੜੇ ਕਿ ਬਾਬਾ ਜੀ ਅਤਰ ਸਿੰਘ ਜੀ ਮਸਤੂ ਵਾਲਾ ਦੇ ਬਹੁਤ ਵੱਡੇ ਸੇਵਕ ਵੀ ਹੋਏ ਆ, ਬਾਬਾ ਜੀ ਜਗਤ ਸਿੰਘ, ਤੇ ਉਹਨਾਂ ਦੇ ਨਾਂ ਤੇ ਖਾਲਸਾ ਕਾਲਜ ਫਾਰ ਵੂਮਨ ਮੈਨੇ ਬਣਿਆ ਹੋਇਆ ਹੈਗਾ। ਤੇ ਉਹਨਾਂ ਦੇ ਨਾਂ ਨਾਲ ਹੀ ਬਾਬਾ ਜੀ ਨੇ ਤਖੱਲਸ ਲਾਇਆ ਸੀ, ਜਗਤ ਸਿੰਘ ਸੇਵਕ, ਸੇਵਕ ਜੀ ਕਹਿ ਕੇ ਉਹਨਾਂ ਨੂੰ ਬੁਲਾਉਂਦੇ ਸੀ। ਉਹਨਾਂ ਦੀ ਮੋਗੇ ਕਿਤਾਬਾਂ ਦੀ ਦੁਕਾਨ ਸੀ ਤੇ ਅਸੀਂ ਤਾਂ ਉਹਨਾਂ ਨੂੰ ਕਾਇਦੇ ਵਾਲਾ ਕਿਤਾਬਾਂ ਵਾਲਾ ਬਾਬਾ ਜੀ ਕਹਿ ਕੇ ਜਾਣਦੇ ਸੀਗੇ। ਤੇ ਪਰ ਉਹਨਾਂ ਨੇ 6-7 ਸਕੂਲ ਬਣਾਏ ਸੀ ਸਾਡੇ ਇਲਾਕੇ ਵਿੱਚ, ਪਰ ਉਦੋਂ ਸਕੂਲ ਤਾਂ ਦਰਖਤਾਂ ਥੱਲੇ ਹੀ ਸ਼ੁਰੂ ਹੁੰਦੇ ਸੀਗੇ। ਤੇ ਪਰ ਮੇਰਾ ਕਹਿਣ ਦਾ ਮਤਲਬ ਹੈ ਵੀ ਉਦੋਂ ਤੋਂ ਲੈ ਕੇ ਸਾਡੇ ਸ਼ਾਇਦ ਦਾਦਾ ਜੀ ਦਾ ਵੀ ਕੋਈ ਮਨ ਵਿੱਚ ਹੋਵੇ ਵੀ ਮੈਂ ਵੀ ਸਕੂਲ ਬਣਾਵਾਂ, ਪਰ ਜਦੋਂ ਬਾਬਾ ਜੀ ਇੱਧਰੋਂ ਗਏ ਤਾਂ ਉਹਨਾਂ ਨੂੰ ਜੇਲ੍ਹ ਹੋ ਗਈ। ਜਦੋਂ ਬਾਬਾ ਜੀ ਬਾਹਰ ਆਏ ਉਦੋਂ ਘਰਦਿਆਂ ਨੇ ਅੱਡ ਕਰ ਦਿੱਤਾ, ਸ਼ਾਇਦ ਉਹਨਾਂ ਦਾ ਵੀ ਕੋਈ ਡਰੀਮ ਰਹਿ ਗਿਆ ਹੋਵੇ। ਇਹ ਗੱਲ ਮੈਂ ਤਾਂ ਤੁਹਾਨੂੰ ਦੱਸਦਾ ਵੀ ਜਦੋਂ ਬਾਬਾ ਜੀ ਇਕਬਾਲ ਸਿੰਘ ਨੇ ਅਰਦਾਸ ਕੀਤੀ ਤੇ ਉਦੋਂ ਸਾਨੂੰ ਅਜੇ ਬੱਚੇ ਦੇ ਇੰਸ਼ੋਰੈਂਸ ਦੇ ਪੈਸਿਆਂ ਦਾ ਕੋਈ ਡਿਸਾਈਡ ਨਹੀਂ ਸੀ ਹੋਇਆ। ਤੇ ਮੈਂ ਬਾਬਾ ਜੀ ਕਿਹਾ, ਮੈਂ ਕਿਹਾ ਬਾਬਾ ਜੀ ਅਸੀਂ ਤਾਂ ਅਜੇ ਬੇਨਤੀ ਹੋਈ ਕੀਤੀ ਸੀ ਤੇ ਅਜੇ ਕੋਈ ਪੱਕਾ ਪਤਾ ਨਹੀਂ ਇੰਸ਼ੋਰੈਂਸ ਵੱਲੋਂ ਪੈਸੇ ਮਿਲਣ ਜਾਂ ਨਾ ਮਿਲਣ, ਸਾਡੇ ਕੋਲ ਤਾਂ ਜ਼ਮੀਨ ਵੀ 2.5 ਕਿੱਲੇ ਹੀ ਆ ਤੇ 2.5 ਹੋਰ ਤੁਸੀਂ ਆਪ ਜੀ ਨੇ ਕਿਹਾ ਮੁੱਲ ਲੈ ਕੇ ਦੇਣੇ ਆ, ਜਾਂ ਤੁਸੀਂ ਕਿਹਾ ਵੀ 40 ਲੱਖ ਰੁਪਈਆ ਵੀ 5 ਕਮਰੇ ਬਣਾਉਣ ਵਾਸਤੇ ਚਾਹੀਦਾ। ਤੇ ਬਾਬਾ ਜੀ ਮੇਰੇ ਮੋਢੇ ਤੇ ਹੱਥ ਧਰ ਕੇ ਕਹਿੰਦੇ ਰਾਜ ਸਿੰਘ ਜੀ ਤੁਹਾਡੇ ਵਾਸਤੇ ਕੋਈ ਨਵੀਆਂ ਤਾਜ਼ੀਆਂ ਗੱਲਾਂ ਹੋਣਗੀਆਂ, ਇਹ ਤਾਂ ਹੋਈਆਂ ਹਵਾਈਆਂ ਦੀਆਂ ਗੱਲਾਂ। ਇਹ ਜਿਹੜੀ ਕੋਈ ਰੂਹ ਆਈ ਸੀ ਨਾ ਉਹਦਾ ਡਰੀਮ ਹੀ ਸੀ ਵੀ ਮੈਂ ਸਕੂਲ ਬਣਾਉਣਾ, ਤੇ ਉਹ ਆਪਦਾ ਡਰੀਮ ਪੂਰਾ ਕਰਕੇ ਚਲੀ ਗਈ ਆ। ਉਹ ਫਿਰ ਆਊਗੀ ਮੁੜ ਕੇ, ਕਹਿੰਦੇ ਤੁਹਾਡੇ ਘਰੇ ਆ ਜਾਣਾ ਉਹਨੇ ਤੇ ਫਿਰ ਪੜੂਗੀ। ਤੇ ਇਸ ਕਰਕੇ ਇਹ ਮਹਾਂਪੁਰਸ਼ਾਂ ਦੀਆਂ ਖੇਡਾਂ, ਉਹਨਾਂ ਨੂੰ ਪਤਾ ਕੀ ਕੁਛ ਹੋ ਰਿਹਾ ਤੇ ਉਹਨਾਂ ਨੇ ਜਿਹੜਾ ਵੀ ਕੁਛ ਖੇਡ ਖੇਡੀ ਆ ਬਾਬਾ ਜੀ ਨੇ। ਤੇ ਹੁਣ ਜਦੋਂ ਦੇਖੀ ਤਾਂ ਉੱਥੇ ਇੱਕ ਛੋਟਾ ਜਿਹਾ ਪਿੰਡ ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ, ਸਾਡੇ ਪਿੰਡ ਨੂੰ ਦੱਸਣ ਵਾਸਤੇ ਸਾਨੂੰ 3-4 ਪਿੰਡਾਂ ਦੇ ਨਾਂ ਲੈਣੇ ਪੈਂਦੇ ਸੀਗੇ ਵੀ ਤੁਸੀਂ ਕੋਕਰੀ ਨੂੰ ਜਾਣਦੇ ਆ, ਤੁਸੀਂ ਚਗਾਵੇ ਨੂੰ ਜਾਣਦੇ ਆ, ਕਪੂਰਿਆਂ ਨੂੰ ਜਾਣਦੇ ਆ, ਉਹਦੇ ਵਿਚਾਲੇ ਸਾਡਾ ਪਿੰਡ ਆ ਛੋਟਾ ਜਿਹਾ ਪੁਰਾਣੇ ਵਾਲਾ। ਤੇ ਬਾਬਾ ਜੀ ਦੀ ਅਕੈਡਮੀ ਨੇ, ਕਾਲ ਅਕੈਡਮੀ ਪੁਰਾਣੇ ਵਾਲੇ ਨੇ ਸਾਡੇ ਪਿੰਡ ਦਾ ਨਾਂ ਸਾਰੇ ਇੰਡੀਆ ਵਿੱਚ ਮਸ਼ਹੂਰ ਕਰ ਦਿੱਤਾ। ਇੱਥੋਂ ਬੈਠੇ ਗੂਗਲ ਤੇ ਪਾਓ ਪੁਰਾਣੇ ਵਾਲਾ ਆ ਜਾਂਦਾ। ਤਾਂ ਜਿਹਦਾ ਕਿ ਸਾਡੇ ਮਹਿਣੇ GT ਰੋਡ 1 ਕਿਲੋਮੀਟਰ 2 ਕਿਲੋਮੀਟਰ ਆ ਤੇ ਉੱਥੋਂ ਬੈਠਾ ਸਾਡੀ ਅਕੈਡਮੀ ਦੱਸਦੀ ਆ। ਤੇ ਬੜੇ ਮਾਣ ਦੇ ਨਾਲ ਅਸੀਂ ਦੱਸ ਸਕਦੇ ਆ ਵੀ ਤੁਹਾਨੂੰ ਪਤਾ ਉੱਥੇ ਪੁਰਾਣੇ ਵਾਲੀ ਅਕੈਡਮੀ ਬਣੀ ਆ, ਪੁਰਾਣੇ ਵਾਲਾ ਕਾਲ ਅਕੈਡਮੀ ਪੁਰਾਣੇ ਵਾਲਾ। ਤੇ ਮੇਰੇ ਕੋਲੇ ਕੋਈ ਲਫ਼ਜ਼ ਹੀ ਨਹੀਂ। ਦੇਖੋ ਮੈਂ ਜਿਹੜੀ ਗੱਲ ਤੋਂ ਸ਼ੁਰੂ ਕੀਤੀ ਆ ਵੀ ਮਤਲਬ ਜਿਹੜੇ ਜ਼ਿਮੀਂਦਾਰਾਂ ਦੇ ਜਾਂ ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਜਾਂ ਪਿੰਡਾਂ ਦੇ ਰਹਿਣ ਵਾਲੇ ਗਰੀਬ ਲੋਕ ਜਿਹੜੇ ਕਦੇ ਸੋਚ ਹੀ ਨਹੀਂ ਸਕਦੇ ਸੀ ਵੀ ਸਾਡੇ ਬੱਚੇ ਇੰਗਲਿਸ਼ ਮੀਡੀਅਮ ਸਕੂਲ ਵਿੱਚ ਨਾਲ ਗੁਰਮਤ ਵੀ ਸਿੱਖਣਗੇ ਤੇ ਇੰਗਲਿਸ਼ ਮੀਡੀਅਮ ਵੀ ਸਿੱਖਣਗੇ। ਜਦੋਂ ਮੈਂ ਪਿੰਡ ਦੀਆਂ ਮੂਵੀਆਂ ਦੇਖਦਾ ਜਾਂ ਪ੍ਰੋਗਰਾਮਾਂ ਦੀਆਂ ਮੂਵੀਆਂ ਦੇਖਦਾ, ਜਦੋਂ ਕਿਉਂਕਿ ਮੈਂ ਇੰਡੀਆ ਨਹੀਂ ਗਿਆ, ਵਾਈਫ ਜਾਂਦੀ ਹੁੰਦੀ ਆ,
ਤੇ ਜਦੋਂ ਮੈਂ ਦੇਖਦਾ ਵੀ 5ਵੀਂ 6ਵੀਂ ਦੇ ਚੌਥੀ 5ਵੀਂ ਦੇ ਬੱਚੇ ਇੰਗਲਿਸ਼ ਵਿੱਚ ਸਪੀਚਾਂ ਕਰ ਰਹੇ ਆ, ਕਿੱਡੀਆਂ ਵੱਡੀਆਂ ਸਾਡੇ ਨੇੜੇ ਦੇ ਪਿੰਡਾਂ ਵਾਲੇ ਜਦੋਂ ਨਗਰ ਕੀਰਤਨ ਹੁੰਦਾ, ਮਤਲਬ ਸਾਡੇ ਆਪਣੇ ਅਕੈਡਮੀ ਵਿੱਚੋਂ ਬੱਚਿਆਂ ਨੂੰ ਮੰਗ ਕੇ ਲੈ ਕੇ ਜਾਂਦੇ ਆ ਜੀ ਸਾਨੂੰ ਗੱਤਕੇ ਦੀ ਚੀਜ਼ ਚਾਹੀਦੀ ਆ, ਸਾਨੂੰ ਇਹਨਾਂ ਦੇ ਕੀਰਤਨ ਵਾਲੇ ਚਾਹੀਦੇ ਆ। ਜਾਣੀ ਦੀ ਸਾਡੇ ਇਲਾਕੇ ਦਾ ਮਾਣ ਬਣ ਗਿਆ ਇਹ ਅਕੈਡਮੀ ਨਾ, ਮਤਲਬ ਬਾਬਾ ਜੀ ਨੇ ਏਡੀ ਕਿਰਪਾ ਕੀਤੀ ਆ ਵੀ ਜਿੱਥੇ ਬੱਚੇ ਪੜ੍ਹਾਈ ਕਰ ਰਹੇ ਆ, ਨਾਲ ਦੀ ਨਾਲ ਗੁਰਮਤ ਕਰ ਰਹੇ ਆ, ਲੈਕਚਰ ਕਰ ਰਹੇ ਆ, ਮਤਲਬ ਵੱਡੇ ਵੱਡੇ ਪ੍ਰੋਜੈਕਟ ਕਰ ਰਹੇ ਆ। ਉਹਦੇ ਨਾਲ ਬੜੀ ਖੁਸ਼ੀ ਹੋਊਗੀ ਕਿ ਸਾਡੇ 120 ਜਵਾਕ ਤਾਂ ਸਾਨੂੰ ਮੋਗਿਓ ਪੜ੍ਹਨ ਆਉਂਦੇ ਆ ਇੱਧਰ ਨੂੰ, ਜਦੋਂ ਕਿ ਅਸੀਂ ਸਾਡੇ ਮੌਕੇ ਸਾਡੇ ਜਿਹੜੀ ਦੀ ਪਿੰਡਾਂ ਚੋਂ ਮੋਗੇ ਨੂੰ ਜਾਂਦੇ ਸੀ, ਹੁਣ ਮੋਗਿਓ 120 ਬੱਚੇ ਆਪਣੀ ਅਕੈਡਮੀ ਚ ਪੜ੍ਹਨ ਆਉਂਦੇ ਆ। ਤੇ ਮਤਲਬ ਕਿੰਨੇ ਮਾਣ ਦੀ ਗੱਲ ਆ ਕਿ ਸਾਡੀ ਆਪਣੀ ਕਾਲ ਅਕੈਡਮੀ ਪੁਰਾਣੇ ਵਾਲਾ ਡਿਸਟ੍ਰਿਕਟ ਲੈਵਲ ਤੇ ਟੌਪਰ ਬੱਚੇ ਆਉਂਦੇ ਆ, ਸੈਕੰਡ ਰਹੀ ਆ। ਤੇ ਜੋ ਭੁੱਖ ਮੇਰੇ ਮਨ ਵਿੱਚ ਸੀਗੀ ਵੀ ਮੈਂ ਨਹੀਂ ਪੜ੍ਹ ਸਕਿਆ ਜਾਂ ਮੇਰੇ ਬੱਚੇ ਨਹੀਂ ਪੜ੍ਹ ਸਕੇ, ਤਾਂ ਮਤਲਬ ਉਹ ਭੁੱਖ ਮੈਂ ਜਦੋਂ ਦੇਖਦਾ ਵੀ ਪਿੰਡਾਂ ਦੇ ਲੋੜਵੰਦ ਜਿਹੜੇ ਲੋਕ ਹੈਗੇ ਆ, ਜਿਹੜੇ ਵਿਚਾਰੇ ਅਫੋਰਡ ਹੀ ਨਹੀਂ ਕਰ ਸਕਦੇ, ਉਹਨਾਂ ਨੂੰ ਕਾਲ ਅਕੈਡਮੀਆਂ ਡਿਸਕਾਊਂਟ ਦੇ ਕੇ ਚਲੋ ਦਾਨੀ ਪੁਰਖਾਂ ਦੀ ਸੇਵਾ ਦੇ ਨਾਲ ਪਾ ਕੇ ਤੇ ਅਸੀਂ ਉਹਨਾਂ ਨੂੰ ਪੜ੍ਹਾ ਰਹੇ ਆ, ਤਾਂ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਆ। ਇਹ ਸਾਰੀ ਬਖਸ਼ਿਸ਼ ਧੰਨ ਬਾਬਾ ਗੁਰਤਾ ਕਮਾਲ ਸਿੰਘ ਜੀ ਗੁਰੂਸਾ ਵਾਲੇ, ਜਿਨ੍ਹਾਂ ਨੇ ਮਤਲਬ ਏਡੀ ਮਤਲਬ ਵੱਡੀ ਸੇਵਾ ਸ਼ੁਰੂ ਕੀਤੀ। ਉਦੋਂ ਕੋਈ ਸੋਚ ਹੀ ਨਹੀਂ ਸਕਦਾ 1987 ਤੋਂ ਜਦੋਂ 5 ਬੱਚਿਆਂ ਦੇ ਨਾਲ ਮੁਕਤਾ ਜੀ ਬੈਠੇ ਆ, ਇਹਨਾਂ ਦੇ ਵੀ ਜਦੋਂ ਪਿਤਾ ਜੀ ਪੜ੍ਹਾਈ ਕੀਤੀ ਤੇ ਕਹਿੰਦੇ ਸੀ ਵੀ ਕੀ ਕਰਨਗੇ, ਇਹਨਾਂ ਦੀ ਮਾਤਾ ਕੀ ਕਰੂਗੀ, ਬੱਚੇ ਕੀ ਕਰਨਗੇ। ਇਹ ਵੀ ਪਹਿਲੇ 5 ਬੱਚਿਆਂ ਵਿੱਚੋਂ ਪਹਿਲੀ ਕੁੜੀ ਹੈਗੀ ਆ, ਤੇ ਬਾਬਾ ਜੀ ਇਹ ਨਹੀਂ ਪਤਾ ਸੀ ਵੀ ਇਹਨਾਂ ਨੇ ਆ ਕੇ ਬਾਬਾ ਜੀ ਦੇ ਨਾਲ ਕਿੰਨੀ ਸੇਵਾ ਕਰਨੀ ਆ, ਸਾਨੂੰ ਵੀ ਨਾਲ ਲਾਉਣਾ। ਤੇ ਇਸ ਕਰਕੇ ਇਹ ਕਾਲ ਅਕੈਡਮੀਆਂ ਦੀ ਦੇਣ ਤਾਂ ਮਤਲਬ ਅਜੇ ਤਾਂ ਚਲੋ ਹੌਲੀ ਜਾ ਕੇ +2 ਤੋਂ ਬੱਚੇ ਕਾਲਜਾਂ ਵਿੱਚ ਗਏ ਆ, ਯੂਨੀਵਰਸਿਟੀਆਂ 'ਚ ਗਏ ਆ। ਅੱਜ ਤੋਂ 10-20 ਸਾਲਾਂ ਨੂੰ ਦੇਖਾਂਗੇ ਕਿ ਕੀ ਰੰਗ ਲਿਆਉਣਗੇ। ਜਿਵੇਂ ਧੰਨ ਬਾਬਾ ਜੀ ਅਤਰ ਸਿੰਘ ਮਸਤ ਹੋਣਾ ਦੇ ਬਲਾਈ ਕਾਲਜ ਨੇ ਪਤਾ ਹੀ ਨਹੀਂ ਕਿੰਨੀਆਂ ਕੁੜੀਆਂ ਬਾਹਰ ਕੱਢੀਆਂ, ਕੀ ਕੁਛ ਕੀਤਾ ਉਸ ਜ਼ਮਾਨੇ, ਜਦੋਂ ਕਿ ਕੋਈ ਸੋਚ ਹੀ ਨਹੀਂ ਸੀ ਸਕਦਾ ਕੁੜੀਆਂ ਨੂੰ ਪੜ੍ਹਾਉਣ ਵਾਸਤੇ। ਉਸ ਟਾਈਮ ਬਾਬਾ ਜੀ ਨੇ ਐਡੀ ਕਿਰਪਾ ਕੀਤੀ। ਤੇ ਬਸ ਮੇਰੇ ਕੋਲੇ ਕੋਈ ਲਫ਼ਜ਼ ਨਹੀਂ, ਮੈਂ ਤੁਹਾਡਾ ਟਾਈਮ ਤੁਸੀਂ ਦੂਜਿਆਂ ਨੂੰ ਵੀ ਦੇਣਾ। ਤੇ ਮੈਂ ਤਾਂ ਇਹੀ ਕਹਿ ਸਕਦਾ ਵੀ ਸਾਡੇ ਇਲਾਕੇ ਵਿੱਚ ਜੋ ਅਕੈਡਮੀ ਨੇ ਬਖਸ਼ਿਸ਼ ਕੀਤੀ ਹੈ, ਜੋ ਬਾਬਾ ਜੀ ਦੀ ਕਿਰਪਾ ਨਾਲ ਸਾਡੇ ਪ੍ਰਿੰਸੀਪਲ ਪ੍ਰਭਜੋਤ ਕੌਰ ਚੀਮਾ ਜੀ ਐਡੇ ਲਾਇਕ ਪ੍ਰਿੰਸੀਪਲ ਆ ਕਿ ਜਦੋਂ ਵੀ ਉਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਉਹ ਐਡੇ ਪੋਜ਼ਿਟਿਵ ਹੈਗੇ ਆ ਤੇ ਐਡੇ ਮਿਹਨਤੀ ਆ, ਸਾਰੇ ਸਟਾਫ ਦੀ ਐਡੀ ਕਦਰ ਕਰਦੇ ਆ। ਤੇ ਮਤਲਬ ਅਸੀਂ ਉਹਨਾਂ ਦਾ ਵੀ ਦੇਣ ਨਹੀਂ ਦੇ ਸਕਦੇਗੇ। ਤੇ ਮਤਲਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਪੈਸ਼ਲੀ ਜਗਜੀਤ ਸਿੰਘ ਜੀ, ਕਾਕਾ ਵੀਰ ਜੀ, ਜਿੰਨਾਂ ਨੂੰ ਕਾਕਾ ਕਰਕੇ ਵੀ ਜਾਂਦੇ ਆ ਆਪਣੇ ਨਾਲ ਆ, ਮਤਲਬ ਜਿੰਨਾ ਇਹਨਾਂ ਦਾ ਹਿੱਸਾ ਮਤਲਬ ਕੰਸਟਰਕਸ਼ਨ ਵਿੱਚ ਜਿੰਨੀ ਇਹ ਮਿਹਨਤ ਕਰਦੇ ਆ। ਅੱਜ ਮੈਂ ਪਹਿਲੇ ਦਿਨ ਇਹਦੇ ਦਰਸ਼ਨ ਕੀਤੇ ਆ, ਬਹੁਤ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਆ। ਤੇ ਅਸੀਂ ਜਿੰਨੇ ਜੋਗੇ ਵੀ ਹੈਗੇ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਜੋੜਦੇ ਸੀ, ਹੁਣ ਵੀ। ਤੇ ਤੁਹਾਡੇ ਜਸ ਪੰਜਾਬੀ ਦਾ ਵੀ ਅਸੀਂ ਬਹੁਤ ਧੰਨਵਾਦ ਹੈ ਵੀ ਤੁਸੀਂ ਡੇ 1 ਤੋਂ ਲੈ ਕੇ ਹੁਣ ਤੱਕ ਜੋ ਤੁਸੀਂ ਸਾਡੇ ਨਾਲ ਚੱਲ ਰਹੇ ਆ। ਤੇ ਕੱਲ ਹੀ ਮੈਨੂੰ ਮੁਕਤਾ ਜੀ ਕਹਿੰਦੇ ਸੀਗੇ ਵੀ ਅਸੀਂ ਹੂਸਟਨ ਆਉਣਾ, ਤਾਂ ਵੀ ਕਦੋਂ ਆਈਏ। ਮੈਂ ਇਹਨਾਂ ਨੂੰ ਕਿਹਾ ਵੀ ਮੰਗਤੇ ਦਾ ਕਿਹੜਾ ਕੋਈ ਸਟੈਂਡਰਡ ਹੁੰਦਾ, ਵੀ ਆਪਾਂ ਤਾਂ ਮੰਗਤੇ ਆ। ਤੇ ਤੁਸੀਂ ਜਿਹੜੇ ਦਾਨੀ ਆ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੇ ਕੋਲੇ ਟਾਈਮ ਕਦੋਂ ਆ, ਸਾਨੂੰ ਤਾਂ ਤੁਸੀਂ ਉਹੀ ਦੱਸ ਦਿਆ ਕਰੋ ਵੀ ਅਸੀਂ ਆਉਣਾ। ਵੀ ਮੰਗਦੇ ਦਾ ਕੋਈ ਸਟੈਂਡਰਡ ਤਾਂ ਹੁੰਦਾ ਹੀ ਨਹੀਂ, ਅਸੀਂ ਤਾਂ ਭਿਖਾਰੀ ਆ, ਅਸੀਂ ਮੰਗਦੇ ਆ। ਉਹ ਵੀ ਮਤਲਬ ਕਹਿੰਦੇ ਆ ਵੀ ਚਲੋ ਮਤਲਬ ਰੋਡ ਨਿਕਲ ਜਾਂਦਾ। ਸਮੀਤਾ ਜੀ ਵੀ ਦੇਖੋ ਜਿਹਦਾ ਬੱਚਾ ਪੜ ਗਿਆ ਨਾ, ਜਿਵੇਂ ਹੁਣ ਮਤਲਬ ਕੱਲ ਪ੍ਰਿੰਸੀਪਲ ਨੇ ਦੱਸਿਆ ਵੀ 4 ਬੱਚੇ ਉਹ ਕਿਸਾਨਾਂ ਦੇ ਜਿਹੜੇ ਮਤਲਬ ਸ਼ਹੀਦੀਆਂ ਪਾ ਕੇ ਉਹਨਾਂ ਦੇ ਬੱਚੇ ਪੜ੍ਹਦੇ ਆ, ਜਾਂ ਜਿਹੜੇ ਵੀ ਕਿਸਾਨ ਮਤਲਬ ਵਿਚਾਰੇ ਆਹ ਲੈ ਕੇ ਕਿਸੇ ਮਜਬੂਰੀ ਵਿੱਚ ਚਲੇ ਜਾਂਦੇ ਆ। ਮੇਰਾ ਕਹਿਣ ਦਾ ਮਤਲਬ ਆ ਵੀ ਜੇ ਕੋਈ ਕਿਸੇ ਪਰਿਵਾਰ ਦਾ ਜੇ ਕੋਈ ਮੁਖੀ ਚੱਲਿਆ ਜਾਵੇ ਇੱਕ ਕਰਜ਼ੇ ਦੇ ਪੱਖੋਂ, ਉਹ ਆ ਮਤਲਬ ਜਣੀ ਦੀ ਆਪਦੀ ਜਾਨ ਦੇ ਦੇਵੇ, ਤੇ ਜਿਹੜੀ ਭੈਣ ਜੀ ਪਿੱਛੇ ਰਹਿ ਗਈ ਜਾਂ ਮਾਂ ਰਹਿ ਗਈ ਆ, ਉਹਦੇ ਵਾਸਤੇ ਕੋਈ ਇਨਕਮ ਤੇ ਨਹੀਂ ਹੋਰ ਕਿਤੋਂ ਆ ਜਾਣੀ। ਉਹ ਤਾਂ ਜਿਹੜੀ ਮਾੜੀ ਮੋਟੀ ਇਨਕਮ ਦਾ ਸਾਧਨ ਉਹ ਵੀ ਹੋਇਆ ਗਿਆ ਨਾ। ਪਰ ਜਦੋਂ ਬੜੂ ਸਾਹਿਬ ਵਾਲੇ ਆ ਕੇ ਜਾਂ ਉਹਨਾਂ ਨੂੰ ਕੋਈ ਦੱਸਦਾ ਵੀ ਬੜੂ ਸਾਹਿਬ ਵਾਲੇ ਤੁਹਾਡੇ ਬੱਚੇ ਨੂੰ ਪੜ੍ਹਾ ਦੇਣਗੇ, ਜਾਂ ਕੋਈ ਬਾਹਰੋਂ ਦਾਨੀ ਸੱਜਣ ਜਾ ਕੇ ਕੋਈ ਉਹਨਾਂ ਦੇ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਜਾਂਦਾ। ਮੈਂ ਕਹਿੰਦਾ ਮੈਂ ਬਹੁਤ ਗਰੀਬ ਘਰ ਤੋਂ ਪਲਿਆ ਕਰਕੇ ਮੈਨੂੰ ਪਤਾ, ਮੇਰੇ ਪਿਤਾ ਜੀ ਚਲੇ ਗਏ ਸੀਗੇ, ਸਾਨੂੰ ਪਤਾ ਵੀ ਸਾਡੇ ਕੋਲ ਇੱਕ ਫੀਸ ਦੇਣ ਨੂੰ ਵੀ 45 ਰੁਪਏ ਦੇਣ ਨੂੰ ਨਹੀਂ ਸੀ ਹੁੰਦੇ। ਤੇ ਸਾਡੇ ਰੇਸ਼ਮ ਸਿੰਘ ਜੀ ਇੱਕ ਟੀਚਰ ਹੁੰਦੇ ਮੋਗੇ ਦੇ, ਹੁਣ ਵੀ ਉਹ ਜਗਤ ਖਾਲਸਾ ਕਾਲਜ ਵੂਮਨ ਵਿੱਚ ਲੱਗੇ ਹੋਏ ਆ, ਆਲਰੇਡੀ ਸਰਵਿਸ ਕਰਦੇ ਆ। ਉਹ 45 ਰੁਪਏ ਦਿੰਦੇ ਹੁੰਦੇ ਸੀਗੇ। ਤੇ ਸਾਨੂੰ ਪਤਾ ਉਹਨਾਂ ਦੀ 45 ਰੁਪਈਆਂ ਦੀ ਕਦਰ ਕੀ ਸੀਗੀ, ਉਹਨਾਂ ਦੇ ਕਰਕੇ ਮੈਂ 10ਵੀਂ ਕੀਤੀ ਆ। ਤੇ ਅੱਜ ਜਿਹੜੇ ਬੱਚੇ ਡਾਕਟਰ ਕਰਕੇ ਕਿਸੇ ਦੇ ਬੱਚੇ ਪੜਾਉਂਦੇ ਆ, ਤੇ ਜੇ ਅਸੀਂ ਵੀ ਉਹ 45 ਰੁਪਏ ਅੱਜ ਤੱਕ ਭੁੱਲੇ ਤਾਂ ਮਤਲਬ ਕਿਵੇਂ ਬੱਚੇ ਭੁੱਲ ਜਾਣਗੇ ਜੇ ਅਸੀਂ ਕਿਸੇ ਦਾ ਬੱਚਾ ਪੜਾਵਾਂਗੇ। ਜਦੋਂ ਅਕੈਡਮੀ ਜਾ ਕੇ ਮਤਲਬ ਜਾ ਕੇ ਕਹਿੰਦੀ ਆ
ਮਤਲਬ ਵੀ ਅਸੀਂ ਤੁਹਾਡਾ ਬੱਚਾ ਪੜਾਇਆ, ਮੇਰਾ ਖਿਆਲ ਹੈ ਵੀ ਇਦੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਰਾਜ ਵਾਹਿਗੁਰੂ ਗਿੱਲ, ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਗਿੱਲ ਜੀ, ਆਈ ਥਿੰਕ ਜੋ ਤੁਸੀਂ ਤਾਂ ਇੰਨੀ ਸੋਹਣੀ ਸੋਹਣੀ ਗੱਲਾਂ ਕਹਿ ਗਏ, ਬਟ ਇੱਕ ਗੱਲ ਮੇਰੇ ਦਿਲ ਨੂੰ ਛੂ ਗਈ ਕਿ ਜੋ ਇੱਕ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਉਹ ਸੇਵਾ ਹੀ ਕਰਨਾ ਹੁੰਦਾ ਹੈ। ਤੁਸੀਂ ਦਿਲ ਖੋਲ੍ਹ ਕੇ ਸੇਵਾ ਕਰੋ ਅਤੇ ਤੁਹਾਡੀ ਜ਼ਿੰਦਗੀ ਉੱਥੇ ਹੀ ਪੂਰੀ ਹੋ ਜਾਊਗੀ, ਤੁਹਾਡਾ ਮਕਸਦ ਉੱਥੇ ਪੂਰਾ ਹੋ ਜਾਊਗਾ, ਸਫਲਤਾ ਤੁਹਾਨੂੰ ਮਿਲ ਜਾਊਗੀ। ਅਤੇ ਸੇਵਾ ਦੀ ਗੱਲ ਹੋ ਰਹੀ ਹੈ, ਕਿਸ ਤਰ੍ਹਾਂ ਸੰਗਤਾਂ ਜੋ ਸਾਡੇ ਨਾਲ ਜੁੜੀਆਂ ਹਨ ਉਹ ਇਸ ਸੇਵਾ ਦੇ ਵਿੱਚ ਹਿੱਸਾ ਲੈ ਸਕਦੇ, ਇਹਦੀ ਮੈਂ ਗੱਲ ਹੋਰ ਕਰਨਾ ਚਾਹੁੰਦੀ ਹਾਂ। ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ। ਪਲੀਜ਼ ਇਸ ਤਰ੍ਹਾਂ ਸਾਡੇ ਨਾਲ ਸਾਰੇ ਜੁੜੇ ਰਹੋ। ਵਿਊਅਰਸ, ਕਿਸ ਤਰ੍ਹਾਂ ਤੁਸੀਂ ਵੀ ਇਸ ਸੇਵਾ ਦੇ ਵਿੱਚ ਆਪ ਦਾ ਦਾਨ ਪਾ ਸਕਦੇ ਹੋ, ਆਪ ਦਾ ਦਸਵੰਧ ਕੱਢ ਸਕਦੇ ਹੋ, ਇਹਦੀ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਬੜੂ ਸਾਹਿਬ ਕਲਗੀਧਰ ਟਰੱਸਟ ਅਕਾਲ ਅਕੈਡਮੀ ਦੇ ਸੇਵਾਦਾਰਾਂ ਦੇ ਨਾਲ ਗੱਲ ਹੋ ਰਹੀ ਹੈ। ਦਿਲੋਂ ਅਸੀਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਤੇ ਇੱਕ ਵਾਰੀ ਫਿਰ ਮੈਂ ਸਾਡੇ ਸਾਰੇ ਅੱਜ ਸ਼ਾਮ ਦੇ ਪੈਨਲਿਸਟ ਨੂੰ ਪ੍ਰੋਗਰਾਮ ਦੇ ਵਿੱਚ ਫਿਰ ਵੈਲਕਮ ਕਰਦੀ ਹਾਂ। ਰਾਜ ਸਿੰਘ ਗਿੱਲ, ਤੁਹਾਡੀ ਮਿਸਿਸ ਕੁਲਵੰਤ ਕੌਰ ਗਿੱਲ, ਜਿਸ ਤਰ੍ਹਾਂ ਤੁਸੀਂ ਇਸ ਸੇਵਾ ਦੀ ਭਾਵਨਾ ਦੀ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਸੇਵਾ ਦੇ ਨਾਲ ਸਫਲਤਾ ਮਿਲਦੀ ਹੈ, ਇਸ ਚੀਜ਼ ਬਾਰੇ ਮੈਂ ਸੇਵਾਦਾਰ ਰਵੀਦੀਪ ਕੌਰ ਮੁਕਤਾ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਤੁਸੀਂ ਵੀ ਇਸ ਸੇਵਾ ਦੇ ਵਿੱਚ ਸ਼ੁਰੂ ਤੋਂ ਲੱਗੇ ਹੋਏ ਹੋ ਅਤੇ ਇਸ ਵੇਲੇ ਸਾਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ ਕਿ ਲੋਕਾਂ ਨੂੰ ਅਸੀਂ ਕੁਝ ਹੋਮਵਰਕ ਦਈਏ, ਕੁਝ ਐਕਸ਼ਨ ਆਈਟਮ ਦਈਏ। ਅਤੇ ਐਤਕੀ ਸੇਵਾ ਕਲਾਸਰੂਮਸ ਦੀ ਲੱਗੀ ਹੋਈ ਹੈ। ਜਗਜੀਤ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਕੀ ਕੁਝ ਹਾਲੇ ਕੰਮ ਬਾਕੀ ਹੈ, ਬਹੁਤ ਜ਼ਿਆਦਾ ਕੰਮ ਹੈਗਾ, ਬਟ ਇਹ ਤੋਂ ਵਧੀਆ ਕੰਮ ਹੋਰ ਕੀ ਹੋ ਸਕਦਾ ਹੈ। ਮੁਕਤਾ ਜੀ, ਇਸ ਕਲਾਸਰੂਮਸ ਦੀ ਸੇਵਾ ਬਾਰੇ ਅਤੇ ਹੋਰ ਤੁਸੀਂ ਇਸ ਵੇਲੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ, ਪਲੀਜ਼ ਇਹਦੇ ਬਾਰੇ ਸਾਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲੇ ਤੇ ਆਂਟੀ ਅੰਕਲ ਦਾ ਥੈਂਕ ਯੂ ਕਰਨਾ ਚਾਹਾਂਗੀ, ਕਾਕਾ ਵੀਰ ਜੀ ਦਾ ਥੈਂਕ ਯੂ ਕਰਨਾ ਚਾਹਾਂਗੀ। ਮਤਲਬ ਮੈਨੂੰ ਬੜਾ ਆਪਣੇ ਆਪ ਨੂੰ ਨਾ ਮੈਂ ਗੱਲੋਂ ਕਰਮਾਂ ਵਾਲੀ ਹਾਂ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਨਾ ਹਮੇਸ਼ਾ ਰੱਬ ਵਾਲੀਆਂ ਰੂਹਾਂ ਨਾਲ ਮੇਰਾ ਮਿਲਾਪ ਹੋਇਆ। ਜਿਹੜੇ ਵੀ ਮੇਰੇ ਰਿਸ਼ਤੇ ਬਣੇ ਨੇ, ਸ਼ੁਰੂਆਤ ਅਗਰ ਕਰ ਲਈਏ ਤੇ ਬਾਬਾ ਜੀ ਤੋਂ ਜਰਨੀ ਸ਼ੁਰੂ ਹੁੰਦੀ ਹੈ, ਰਾਈਟ, ਕਿ ਮੇਰੀ ਮਦਰ ਨੂੰ ਬਾਬਾ ਜੀ ਮਿਲੇ ਤੇ ਮੰਮੀ ਕਹਿੰਦੇ ਸੀ ਕਿ ਬਸ ਮੇਰਾ ਜਨਮ ਸਫਲਾ ਹੋ ਗਿਆ, ਮੈਨੂੰ ਗੁਰੂ ਨਾਨਕ ਦੇਵ ਜੀ ਮਿਲ ਗਏ। ਤੇ ਸਾਨੂੰ ਕਹਿਣਾ ਕਿ ਤੁਸੀਂ ਸੇਵਾ ਕਰ ਲਓ, ਪਹਿਚਾਨ ਲਓ, ਗੁਰੂ ਨਾਨਕ ਦੇਵ ਜੀ ਆਏ ਨੇ। ਜਦੋਂ ਬਾਬਾ ਜੀ ਚੌਰੀ ਕਰਨ ਆਉਂਦੇ ਸੀ ਤੇ ਮੇਰੀ ਮੰਮੀ ਨੇ ਭੱਜਦੇ ਭੱਜਦੇ ਜਾਣਾ ਤੇ ਸਾਨੂੰ ਵੀ ਨਾਲ ਰਿਕਸ਼ੇ ਤੇ ਬਿਠਾਣਾ, ਚੱਲ ਕੇ ਦਰਸ਼ਨ, ਜਿਵੇਂ ਕਹਿੰਦੇ ਨਾ ਕਿ ਬਾਬੇ ਨਾਨਕ ਦੇ ਦਰਸ਼ਨ ਕਰ ਲਓ, ਚਲੋ ਗੁਰੂ ਜੀ ਆਏ ਨੇ ਦਰਸ਼ਨ ਕਰ ਲਓ, ਹਨਾ। ਤੇ ਮੇਰੀ ਮੰਮੀ ਨੇ ਭੱਜਦੇ ਭੱਜਦੇ ਸਾਨੂੰ, ਮੇਰੇ ਤਿੰਨਾਂ ਭੈਣ ਭਰਾਵਾਂ ਨੂੰ ਕਹਿਣਾ, ਮੇਰੇ 2 ਭਰਾ ਵੀ ਨੇ, ਕਿ ਤੁਸੀਂ ਇਸ ਜਨਮ ਦੇ ਵਿੱਚ ਸੇਵਾ ਕਰ ਲਓ। ਤੇ ਬਾਬਾ ਜੀ ਦੀ ਤੇ ਕੀ ਨਾਮ ਹੈ, ਉਹ ਆਪ ਅਕਾਲ ਪੁਰਖ ਧਰਤੀ ਤੇ ਆਏ ਨੇ, ਇੰਨਾ ਵੱਡਾ ਪਰਉਪਕਾਰ ਕਰ ਰਹੇ ਨੇ ਆਪਣੀ ਕੌਮ ਦੇ ਉੱਤੇ। ਤੇ ਇਸ ਗੱਲੋਂ ਜਦੋਂ ਮੈਂ ਅਮਰੀਕਾ ਆਈ, ਪਹਿਲੇ ਬਾਬਾ ਜੀ ਦਾ ਬਚਪਨ ਤੋਂ ਉੱਥੇ ਬੜੂ ਸਾਹਿਬ ਪੜ੍ਹਾਈ ਕੀਤੀ, ਬਾਬਾ ਜੀ ਦਾ ਇੰਨਾ ਹੱਥ ਰਿਹਾ, ਉਹਨਾਂ ਦੇ ਸਦਕਾ ਅਮਰੀਕਾ ਪਹੁੰਚੀ। ਅਮਰੀਕਾ ਆ ਕੇ ਬਾਬਾ ਜੀ ਨੇ ਇੰਨੀ ਮਿਹਰ ਕੀਤੀ ਕਿ ਜਿਹੜੀ ਇਹ ਅਕਾਲ ਯੂਨੀਵਰਸਿਟੀ ਦੀ ਸੇਵਾ ਸ਼ੁਰੂ ਹੋਈ, ਝੋਲੀ ਵਿੱਚ ਪੈ ਗਈ। ਉਸ ਤੋਂ ਬਾਅਦ ਇਸ ਜਰਨੀ ਦੇ ਵਿੱਚ ਅਸ਼ਮਿਤਾ ਜੀ ਪਿਛਲੇ 10 ਸਾਲਾਂ ਦੇ ਵਿੱਚ ਇੰਨੀਆਂ ਰੱਬ ਵਾਲੀਆਂ ਰੂਹਾਂ, ਆਪਾਂ ਕਹਿੰਦੇ ਆ ਕਿ ਬੰਦਿਆਂ ਵਿੱਚ ਹੀ ਰੱਬ ਵਸਦਾ, ਰਾਈਟ, ਦੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਤੇ ਇਸ ਤਰ੍ਹਾਂ ਦਾ ਮੇਲ ਹੋਇਆ ਪੂਰੇ 10 ਸਾਲ ਦੀ ਜਰਨੀ ਦੇ ਵਿੱਚ। ਜਿੰਨੇ ਵੀ ਸੇਵਾਦਾਰ ਬਾਬਾ ਜੀ ਦੇ ਲਾਈਕ ਜਿਹੜੇ ਕਿ ਇੰਨਾ ਦਾਨ ਕਰਦੇ ਨੇ, ਜਿਨ੍ਹਾਂ ਨੂੰ ਬਾਬਾ ਜੀ ਦੇ ਕੰਮ ਦੇ ਉੱਤੇ ਇੰਨਾ ਟਰਸਟ ਹੈ, ਜਿਨ੍ਹਾਂ ਨੂੰ ਕਲਗੀਧਰ ਦੇ ਟਰਸਟ ਦੇ ਉੱਤੇ ਟਰਸਟ ਹੈ, ਉਹਨਾਂ ਵਿੱਚੋਂ ਰਾਜਗਿੱਲ ਅੰਕਲ, ਮੈਂ ਇਹ ਕਹਾਂਗੀ ਕਿ ਚਾਰ ਨੂੰ ਇਹ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇਹ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਾਰਡ ਕਹੇ ਸੀਗੇ ਕਿ ਆਪਣੇ ਚਾਰੋਂ ਲਾਲ ਵਾਰ ਕੇ ਖਾਲਸਾ ਪੰਥ ਸਾਜਿਆ ਤੇ ਉਹਨਾਂ ਦੀ ਰੂਹ ਗੁਰੂ ਸਾਹਿਬ ਦੀ ਚੜ੍ਹਦੀਆਂ ਕਲਾ ਚ ਰਹੀ। ਉਵੇਂ ਹੀ ਅੰਕਲ ਦੇ ਬੇਟੇ ਮਨਜੀਤ ਸਿੰਘ ਜੀ ਜਦੋਂ ਚਲਾਣਾ ਕਰ ਗਏ, ਪਰ ਮੈਂ ਜਦੋਂ ਅੰਕਲ ਦੇ ਘਰ ਜਾਂਦੀ ਹਾਂ ਜਾਂ ਆਂਟੀ ਨੂੰ ਮਿਲਦੀ ਹਾਂ, ਕਦੀ ਨਹੀਂ ਹੁੰਦਾ, ਕਦੀ ਨਹੀਂ ਸੁਣਿਆ ਵਾਹਿਗੁਰੂ ਨੇ ਇੰਝ ਕਿਉਂ ਕੀਤਾ, ਸਾਡਾ ਪੁੱਤ ਕਿਉਂ ਲੈ ਲਿਆ, ਹਾਏ 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 ਹਾਏ, ਹਨਾ। ਉਹਨਾਂ ਦੀ ਰੂਹ ਇੰਨੀ ਚੜ੍ਹਦੀਆਂ ਕਲਾ ਵਿੱਚ ਅੰਕਲ ਦੀ, ਆਂਟੀ ਦੀ, ਕਿ ਉਹ ਹਮੇਸ਼ਾ ਆਪਣੇ ਕਿ ਮੈਂ ਸਾਡਾ ਪੁੱਤ ਗਿਆ, ਇੰਨੇ ਬੱਚੇ ਉੱਥੇ ਪੜ੍ਹਦੇ ਨੇ, ਉਹ ਇਸ ਜਨਮ ਵਿੱਚ ਆਇਆ ਹੀ ਇਸ ਸੇਵਾ ਵਾਸਤੇ ਸੀ।
ਅੰਕਲ ਆਂਟੀ ਨੂੰ ਅਸ਼ਮਿਤਾ ਜੀ ਸਕੂਨ ਤਾਂ ਹੈਗਾ ਹੈ, ਕਿਉਂਕਿ ਉਹ ਸਾਰੇ ਬੱਚਿਆਂ ਨੂੰ ਉਹਨਾਂ ਨੇ ਆਪਣਾ ਪੁੱਤ ਤੇ ਧੀ ਸਮਝ ਲਿਆ ਤੇ ਇੰਨੀਆਂ ਚੜ੍ਹਦੀ ਕਲਾ ਵਿੱਚ ਮੈਂ ਪਰਿਵਾਰ ਨਹੀਂ ਦੇਖਿਆ। ਆਪਾਂ ਗੱਲ ਕਰਦੇ ਆ ਭਾਣਾ ਮੰਨਣ ਦੀ, ਹਮੇਸ਼ਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਨੂੰ ਦਸਾਂ ਗੁਰਾਂ ਸਾਹਿਬ ਨੇ ਕਿਹਾ ਕਿ ਦੁੱਖ ਸੁੱਖ ਦੋਨੋਂ ਸਮਕਰ ਜਾਣੋ, ਤੇ ਉਹ ਚੀਜ਼ ਜਿਹੜੀ ਹੈ ਜਿਹੜਾ ਰਾਈਟ ਨਾउ ਮਤਲਬ ਇੰਪਲੀਮੈਂਟ ਕਰ ਰਹੇ ਨੇ ਉਹ ਰਾਜਗੀਰ ਅੰਕਲ ਦੀ ਫੈਮਿਲੀ, ਕਿ ਦੁੱਖ ਵੀ ਨਹੀਂ ਸੁੱਖ ਵੀ ਨਹੀਂ, ਪੁੱਤ ਗਿਆ ਪੁੱਤ ਆਇਆ, ਇਹਨਾਂ ਚੀਜ਼ਾਂ ਤੋਂ ਪਰੇ ਹੋ ਕੇ ਜਦੋਂ ਵੀ ਕੋਈ ਸੇਵਾ ਦੀ ਗੱਲ ਆਉਂਦੀ ਹੈ ਤੇ ਨਹੀਂ ਤੇ ਉਸ ਟਾਈਮ ਮਾਂ ਪਿਓ ਸੋਚਦੇ ਨੇ ਪੁੱਤ ਚਲਾ ਗਿਆ, ਇੰਸ਼ੋਰੈਂਸ ਦੇ ਪੈਸੇ ਆਏ ਨੇ ਤੇ ਅਸੀਂ ਆਪਣਾ ਬੁਢਾਪਾ ਰੱਖ ਲਈਏ, ਪਰ ਉਹ ਇੰਨਾ ਵਾਹਿਗੁਰੂ ਤੇ ਭਰੋਸਾ, ਇੰਨਾ ਵਾਹਿਗੁਰੂ ਤੇ ਭਰੋਸਾ ਕਿ ਜੋ ਵੀ ਤੂੰ ਕੀਤਾ ਹੈ ਚੰਗਾ ਕੀਤਾ ਹੈ, ਅਗਰ ਇਹ ਇੰਸ਼ੋਰੈਂਸ ਦੇ ਪੈਸੇ ਆਏ ਨੇ ਇਹਦਾ ਵੀ ਕੋਈ ਪਰਪਸ ਹੈਗਾ, ਉਹ ਪਰਪਸ ਨੂੰ ਪਹਿਚਾਨ ਕੇ ਉਹਨਾਂ ਨੇ ਪਿੰਡ ਤੋਂ ਵੀ ਜ਼ਮੀਨ ਲਈ, ਆਪਣੀ ਜ਼ਮੀਨ ਬਾਏ ਕੀਤੀ, ਕੰਸਟਰਕਸ਼ਨ ਦਾ ਸਾਰਾ ਕੀਤਾ, ਤੇ ਉਹ ਚੀਜ਼ ਗੁਰੂ ਤੇ ਇੰਨਾ ਭਰੋਸਾ ਰੱਖ ਕੇ ਅੱਜ ਇੰਨੀ ਕਿਰਪਾ ਵੇ ਦੂਸਰੇ ਬੇਟੇ ਉੱਤੇ, ਉਹ 2 ਪੁੱਤਰਾਂ ਜਿੰਨੀ ਕਮਾਈ ਇਹਨਾਂ ਦਾ ਦੂਜਾ ਪੁੱਤਰ ਕਰ ਰਿਹਾ, 1 ਮਿੰਟ ਚ ਆਂਦਾ $51,000 ਦੇ ਚੈੱਕ ਲਿਖ ਕੇ ਦਿੰਦਾ। ਸਿਰਫ ਦੇਖਿਆ ਜਾਏ ਭਰੋਸੇ ਦੇ ਬੇੜੇ ਪਾਰ, ਕਿ ਉਹ ਜਿਹਾ ਭਰੋਸਾ ਜਿਹੜਾ ਵੇ ਕਿ ਮੈਂ ਇਹ ਪਰਿਵਾਰ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਮਾੜਾ ਜਿਹਾ ਦੁੱਖ ਆ ਜਾਂਦਾ, ਦੁੱਖ ਆ ਗਿਆ ਕਿਉਂ ਆ ਗਿਆ, ਤੇ ਮਤਲਬ ਮੈਂ ਇਹਨਾਂ ਦੇ ਪਰਿਵਾਰ ਦੇ ਵਿੱਚ ਹਰ ਚੀਜ਼ ਖੇੜੇ ਚ ਦੇਖੀ ਹੈ ਕਿ ਉਹਦਾ ਹੁਕਮ ਹੈ, ਅਕਾਲ ਪੁਰਖ ਦਾ ਹੁਕਮ ਹੈ, ਤੇ ਦੁੱਖ ਕੋਈ ਨਹੀਂ, ਸੁੱਖ ਕੋਈ ਨਹੀਂ, ਗਿਲਾ ਕੋਈ ਨਹੀਂ, ਸ਼ਿਕਵਾ ਕੋਈ ਨਹੀਂ, ਬਸ ਜੋ ਪਰਮਾਤਮਾ ਤੂੰ ਕਰ ਰਿਹਾ ਚੰਗਾ ਕਰ ਰਿਹਾ। ਹੋਰ ਅਸ਼ਮਿਤਾ ਜੀ ਮੈਂ ਕਹਾਂ ਕਿ ਸੇਵਾ ਦੇ ਵਿੱਚ ਇੰਨੇ ਭਾਗ ਨੇ ਕਿ ਜਿਹੜੇ ਸੇਵਾ ਕਰ ਗਏ ਜਾਂ ਜਿਹੜੇ ਸੇਵਾ ਕਰ ਰਹੇ ਨੇ ਉਹ ਜ਼ਿਆਦਾ ਬਿਹਤਰ ਸਮਝਦੇ ਨੇ ਕਿ ਇਹੋ ਜਿਹੇ ਮਿਰਕਲਸ ਹੁੰਦੇ ਨੇ ਸੇਵਾ ਦੇ ਵਿੱਚ। ਮੈਂ ਪਿੱਛੇ ਕਾਕਾ ਵੀਰ ਜੀ ਨੂੰ ਨਾ ਪੁੱਛ ਰਹੀ ਸੀ, ਮੈਂ ਕਿਹਾ ਕਾਕਾ ਵੀਰ ਜੀ ਇਸ ਛੋਟੀ ਜੀ ਸੇਵਾ ਅਮਰੀਕਾ ਚੱਲ ਰਹੀ ਹੈ ਤੇ ਕਈ ਵਾਰੀ ਬੜੀ ਰੂਹਾਨੀਅਤ ਮਹਿਸੂਸ ਹੁੰਦੀ ਹੈ ਤੇ ਬੜੇ ਮਿਰਕਲਸ ਮਹਿਸੂਸ ਹੁੰਦੇ ਨੇ, ਲੱਗਦਾ ਗੁਰੂ ਸਾਹਿਬ ਨਾਲ ਅੰਗ ਸੰਗ ਹੋ ਕੇ ਚੱਲ ਰਹੇ ਨੇ, ਤੇ ਵੀਰ ਜੀ ਤੁਸੀਂ ਵੀ ਕੁਝ ਇਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਕਾਕਾ ਵੀਰ ਜੀ ਨੇ ਵੀ ਜ਼ਿੰਦਗੀ ਦੇ 40-45 ਸਾਲ ਮਤਲਬ ਲਾਤੇ, ਮੈਂ 5 ਸਾਲ ਦੀ ਸੀ ਤੇ ਕਾਕਾ ਵੀਰ ਜੀ ਦੀ ਗੋਦੀਆਂ ਵਿੱਚ ਮੈਂ ਬੜੂ ਸਾਹਿਬ ਖੇਲੀ, ਤੇ ਉਸ ਟਾਈਮ ਦੇ ਉੱਤੇ ਕਾਕਾ ਵੀਰ ਜੀ ਪਿੱਛੇ ਦੱਸ ਰਹੇ ਸੀ ਮੈਨੂੰ, ਕਹਿੰਦੇ ਭੈਣੇ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਬੜੂ ਸਾਹਿਬ ਦਾ ਕੱਚਾ ਕੋਠਾ ਜਾਂ ਪਹਿਲੇ ਵਾਲੇ ਲੈਂਟਰ ਪੈ ਰਹੇ ਸੀ ਤੇ ਕਹਿੰਦੇ ਰਾਤੀ ਪੈਸੇ ਬਿਲਕੁਲ ਮੁੱਕ ਜਾਂਦੇ ਸੀ, ਤੇ ਵੀਰ ਜੀ ਤੇ ਬਾਬਾ ਜੀ ਕਮਰੇ 'ਚ ਬੈਠੇ ਹੋਣਾ ਤੇ ਕਹਿਣਾ ਕਿ ਸਵੇਰੇ ਤੋਂ ਇੱਟਾਂ ਖਰੀਦਣ ਨੂੰ ਵੀ ਪੈਸੇ ਨਹੀਂ ਹੈਗੇ, ਤੇ ਵੀਰ ਜੀ ਕਹਿੰਦੇ ਕਿ ਭੈਣੇ ਅਸੀਂ ਰਾਤੀ ਫਿਕਰ ਕਰ ਰਹੇ ਹੁੰਦੇ ਸੀ ਕਾਕਾ ਵੀਰ ਜੀ ਤੇ ਬਾਬਾ ਜੀ ਕਮਰੇ 'ਚ ਬਹਿ ਕੇ, ਤੇ ਕਹਿੰਦੇ ਸਵੇਰੇ ਫੋਨ ਆ ਜਾਂਦਾ ਹੁੰਦਾ ਸੀ ਦਿੱਲੀ ਤੋਂ ਕਿਧਰੋਂ ਵੀ ਇਹ ਮਾਇਆ ਤਿਆਰ ਹੈਗੀ, ਉਹਨਾਂ ਨੇ ਦਸਵੰਧ ਦੇਣਾ ਹੈਗਾ ਤੇ ਤੁਸੀਂ ਆ ਕੇ ਲੈ ਜਾਓ, ਤੇ ਕਾਕਾ ਵੀਰ ਜੀ ਕਹਿੰਦੇ ਅਸੀਂ ਗੱਡੀ ਲੈ ਕੇ ਜਾਣੀ, ਪੈਸੇ ਵੀ ਚੱਕਣੇ ਤੇ ਉੱਥੋਂ ਮਲਵਾ ਵੀ ਲੈਣਾ, ਇੱਟਾਂ ਵੀ ਲੈਣੀਆਂ, ਸੋ ਗੁਰੂ ਕਹਿੰਦੇ ਨਾ ਜਿਸਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ, ਤੇ ਇਹ ਅਕਾਲ ਪੁਰਖ ਦੇ ਕਾਰਜ ਨੇ। ਤੇ ਇੱਕ ਦਿਨ ਰਾਜਗੀਰ ਅੰਕਲ ਨੇ, ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਨਾ ਚਾਹਾਂਗੀ, ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੈਂ ਉਸ ਕਨਵਰਸੇਸ਼ਨ ਦੇ ਵਿੱਚ ਨਾਲ ਬੈਠੀ ਸੀਗੀ, ਤੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਮੈਂ ਤੇ ਆਪਣੇ ਪੁੱਤ ਦਾ ਸਾਰਾ ਜੋ ਵੀ ਸੀਗਾ ਇੰਸ਼ੋਰੈਂਸ ਆਇਆ, ਪੱਲਿਓਂ ਵੀ ਦੇਤਾ, ਜ਼ਮੀਨ ਵੀ ਦੇਤੀ, ਇਹ ਅਕੈਡਮੀਆਂ ਚੱਲਦੀਆਂ ਰਹਿਣਗੀਆਂ ਨਾ, ਤੇ ਬਾਬਾ ਜੀ ਦੇ ਵਰਡ ਸੀਗੇ ਅੰਕਲ ਨੂੰ ਕਿ ਰਾਜ ਸੇਵਾ ਇਹ ਅਕੈਡਮੀਆਂ ਤੂੰ ਚਲਾ ਰਿਹਾ ਹੁੰਦਾ ਤੇ ਡੁੱਬ ਜਾਣੀਆਂ ਸੀ, ਜੇ ਮੈਂ ਵੀ ਚਲਾ ਰਿਹਾ ਹੁੰਦਾ ਤਾਂ ਵੀ ਡੁੱਬ ਜਾਣੀਆਂ ਸੀ, ਇਹ ਅਕੈਡਮੀਆਂ ਅਕਾਲ ਪੁਰਖ ਆਪ ਚਲਾ ਰਿਹਾ ਹੈ, ਤੇ ਅਕਾਲ ਪੁਰਖ ਚਲਾ ਰਿਹਾ ਤੇ ਇਹ ਅਕੈਡਮੀਆਂ ਡੁੱਬਣਗੀਆਂ ਨਹੀਂ, ਇਹ ਕਈ ਹਜ਼ਾਰ ਅਕੈਡਮੀਆਂ ਹਲੇ ਬਣਨੀਆਂ ਨੇ, ਤੇ ਮੈਨੂੰ ਤੇ ਪੂਰਾ ਭਰੋਸਾ ਵੇ ਪੂਰੀ ਸੰਗਤ ਤੇ ਕਿ ਜਿਸ ਤਰ੍ਹਾਂ ਗੁਰੂ ਕਾਸ਼ੀ ਦਾ ਪ੍ਰੋਜੈਕਟ ਆਇਆ ਸੀ, ਇੱਕ ਵਾਰੀ ਦਿਲ ਘਟਦਾ ਸੀ ਕਿ ਕਿਸ ਤਰ੍ਹਾਂ ਹੋਏਗਾ ਇੰਨਾ ਵੱਡਾ ਪ੍ਰੋਜੈਕਟ, ਪਰ ਅਕਾਲ ਪੁਰਖ ਨੇ ਆਪ ਕਿਹੜੀਆਂ ਰੂਹਾਂ ਕਿੱਥੋਂ ਆਈਆਂ ਚੈੱਕ ਲੈ ਕੇ, ਕਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ, ਤੇ ਬਾਬਾ ਜੀ ਆਲਵੇਸ ਕਹਿੰਦੇ ਹੁੰਦੇ ਨੇ ਚਰਨ ਸਰਨ, ਗੁਰਬਾਣੀ ਕਹਿੰਦੀ ਹੈ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਤੇ ਇਹ ਗੁਰੂ ਨਾਨਕ ਦੀ ਸੇਵਾ ਚੱਲ ਰਹੀ ਹੈ, ਅਸੀਂ ਸਾਰੇ ਚੱਲਦੇ ਪਏ ਆ, ਸਾਰੇ ਸਾਡੇ ਇਸ ਜਿਹੜਾ ਕੀ ਕਹਿੰਦੇ ਨਾ ਜਰਨੀ ਦੇ ਵਿੱਚ ਸੰਗਤ ਨੂੰ ਇਹੀ ਕਵਾਂਗੀ ਕਿ ਆਪ ਨਾਲ ਆ ਕੇ ਖੜੇ ਹੋਵੋ, ਹਿੱਸਾ ਪਾਓ, ਸਾਡੇ ਨਾਲ ਚੱਲੋ, ਤੇ ਇਹ ਜਿਹੜੇ ਅਕਾਲ ਅਕੈਡਮੀਆਂ ਬਣ ਰਹੀਆਂ ਨੇ ਅੱਜ ਆਪਾਂ ਨੂੰ ਨਹੀਂ ਸਮਝ ਆ ਰਿਹਾ, ਇਹ ਐਕਚੁਅਲੀ ਵਿੱਚ ਇਹਨਾਂ ਅਕੈਡਮੀਆਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਤਿਆਰ ਹੋ ਰਹੀ ਹੈ। ਜਿਵੇਂ ਹੁਣੇ ਕਾਕਾ ਵੀਰ ਜੀ ਨੇ ਕਿਹਾ ਕਿ ਆਪਾਂ ਦਾਨ ਕਰ ਰਹੇ ਹਾਂ
ਉੱਥੇ ਸਕੂਲ ਬਣ ਰਹੇ ਨੇ। ਸੋਚੋ ਉਹ ਬੱਚੇ ਜਿਹੜੇ ਰੋਜ਼ ਉੱਠ ਕੇ 70,000 ਬੱਚਾ ਰੋਜ਼ ਨਿਤਨੇਮ ਕਰ ਰਿਹਾ, ਉਹਦਾ ਪ੍ਰਤਾਪ ਉਹਨਾਂ ਬੱਚਿਆਂ ਨੂੰ ਵੀ ਮਿਲ ਰਿਹਾ ਹੈ, ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲ ਰਿਹਾ ਹੈ। ਜਿਹੜੇ ਦਾਨ ਕਰ ਰਹੇ ਨੇ ਉਹਦਾ ਨਿਤਨੇਮ ਬਾਣੀ ਦਾ ਨਿੱਘ ਉਹਨਾਂ ਨੂੰ ਵੀ ਮਿਲ ਰਿਹਾ ਹੈ। ਉਹਦੇ ਨਾਲ ਦੇ ਨਾਲ ਪੂਰੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਰੋਜ਼ ਸਵੇਰੇ ਹੁੰਦੀ ਹੈ। 70,000 ਬੱਚਾ ਜਦੋਂ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਉਹ ਭਲਾ ਵੀ ਬੱਚੇ ਮੰਗ ਰਹੇ ਨੇ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ, ਇਹ ਸਕੂਲ ਨਹੀਂ ਬਣ ਰਹੇ ਸਿਰਫ ਆਪਾਂ ਨੂੰ ਜਿਹੜੀਆਂ ਬੰਦੀਆਂ ਇੱਟਾਂ ਦਿਖ ਰਹੀਆਂ, ਇਹ ਸਾਡੇ ਸਿੱਖੀ ਦੇ ਮਹਿਲ ਖੜੇ ਹੋ ਰਹੇ ਨੇ, ਸਾਡੇ ਸਿੱਖੀ ਦੇ ਕਿਲੇ ਖੜੇ ਹੋ ਰਹੇ ਨੇ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਤਿਆਰ ਹੋ ਰਹੀ ਹੈ, ਜਿਹੜੀ ਅਟੁੱਟ ਨਾਮ ਬਾਣੀ ਜਪ ਰਹੀ ਹੈ ਬਾਣੀ ਵਿੱਚ। ਉਹਦੇ ਨਾਲ ਦੇ ਨਾਲ ਆਫੀਸਰਸ ਵੀ ਬਣ ਰਹੇ ਨੇ ਬੱਚੇ, ਪ੍ਰੋਫੈਸ਼ਨਲੀ ਵੀ ਬਣ ਰਹੇ ਨੇ। ਜਿਵੇਂ ਕਿ ਥਰਸਡੇ ਨੂੰ ਇੱਕ ਤੁਸੀਂ ਅਸ਼ਮਿਤਾ ਜੀ ਪ੍ਰੋਗਰਾਮ ਕੀਤਾ ਸੀ ਟੈਕਨੋਲੋਜੀ ਦਾ, ਉਹਦੇ ਵਿੱਚ ਦੇਖ ਰਹੀ ਸੀ ਪ੍ਰੋਗਰਾਮ ਤੁਹਾਡਾ ਥਰਸਡੇ ਵਾਲਾ, ਕਿ ਉਹਦੇ ਵਿੱਚ ਸਾਰੀ ਗੱਲ ਐਂਡ ਆਫ ਦਾ ਡੇ ਐਜੂਕੇਸ਼ਨ ਤੇ ਘੁੰਮ ਕੇ ਆ ਰਹੀ ਸੀ ਕਿ ਐਜੂਕੇਸ਼ਨ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ, ਤੇ ਕੌਮਾਂ ਜਿਹੜੀਆਂ ਤਰੱਕੀ ਕਰਦੀਆਂ ਨੇ ਕਾਬਲੀਅਤ ਦੇ ਉੱਤੇ ਤੇ ਕੁਰਬਾਨੀਆਂ ਦੇ ਉੱਤੇ ਖੜੀਆਂ ਹੁੰਦੀਆਂ ਨੇ। ਜਿਵੇਂ ਕੁਰਬਾਨੀਆਂ ਕਰਕੇ ਗੁਰੂ ਸਾਹਿਬ ਉਸਾਰੀ ਕਰ ਗਏ ਇਹ ਕੌਮ ਦੀ, ਬਟ ਹੁਣ ਕਾਬਲੀਅਤ ਵੀ ਤੇ ਚਾਹੀਦੀ ਹੈ ਇਸ ਯੁੱਗ ਵਿੱਚ ਰਹਿਣ ਵਾਸਤੇ। ਸਾਇੰਸ ਯੁੱਗ ਹੈਗਾ, ਉਹ ਕਾਬਲੀਅਤ ਜਿਹੜੀ ਹੈਗੀ ਹੈ ਉਹ ਇੱਕ ਬੱਚੇ ਦੇ ਵਿੱਚ ਇੰਨਾ ਅਕਾਲ ਅਕੈਡਮੀਆਂ ਦੇ ਰਾਹੀਂ ਪਾਈ ਜਾ ਰਹੀ ਹੈ ਸੇਵਾ ਦੇ ਵਿੱਚ। ਤੇ ਮੈਂ ਸਾਰੀਆਂ ਸੰਗਤਾਂ ਨੂੰ ਕਵਾਂਗੀ ਕਿ ਬਹੁਤ ਬਰਕਤਾਂ ਨੇ, ਬਹੁਤ ਕਮਾਈਆਂ ਨੇ ਇਸ ਸੇਵਾ ਦੇ ਵਿੱਚ, ਕਿ ਇੱਕ ਬੱਚੇ ਨੂੰ ਵੀ, ਹੁਣੇ ਅੰਕਲ ਬਹੁਤ ਇਮੋਸ਼ਨਲ ਹੋ ਗਏ ਸੀ, ਕਿ ਇੱਕ ਬੱਚੇ ਨੂੰ ਵੀ ਪੜ੍ਹਾ ਦਈਏ ਤੇ ਅਸੀਂ ਸੋਚਾਂਗੇ ਕਿ ਸਾਡਾ ਜਨਮ ਸਫਲਾ ਹੋ ਗਿਆ। ਤੇ ਮੈਂ ਤੇ ਵਾਕਈ ਕਵਾਂਗੀ ਕਿ ਬਹੁਤ ਵੱਡੀ ਸੇਵਾ ਵੇ, ਇੱਕ ਬੱਚੇ ਨੂੰ ਪੈਰਾਂ ਤੇ ਖੜਾ, ਇੱਕ ਕਲਾਸਰੂਮ ਬੰਦਾ ਵੇ, ਕਿੰਨੇ ਹਜ਼ਾਰ ਬੱਚਿਆਂ ਨੇ ਉੱਥੋਂ ਪੜ੍ਹ ਕੇ ਨਿਕਲਣਾ ਵੇ। ਸਾਨੂੰ ਕੀ ਪਤਾ ਉਹਦੇ ਵਿੱਚੋਂ ਕਿਹੜਾ ਬਾਬਾ ਅਜੀਤ ਸਿੰਘ ਜੀ ਵਰਗੇ ਜੀਵਨ ਦਾ ਨਿਕਲ ਜਾਏ, ਕਿਹੜਾ ਬਾਬਾ ਜੁਝਾਰ ਸਿੰਘ ਜੀ ਦੇ ਜੀਵਨ ਵਰਗਾ ਨਿਕਲ ਜਾਏ, ਕਿਹੜਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਕੌਮ ਨੂੰ ਅੱਗੇ ਲੈ ਜਾਵੇ। ਸੋ ਸਾਨੂੰ ਨਹੀਂ ਪਤਾ, ਅਸੀਂ ਰਵਾਂਗੇ ਨਹੀਂ ਰਵਾਂਗੇ, ਅਫਕੋਰਸ ਨਹੀਂ ਰਹਿਣਾ, ਬਟ ਨਾ ਕੁਝ ਲੈ ਕੇ ਆਏ ਸੀ ਨਾ ਕੁਝ ਲੈ ਕੇ ਜਾਣਾ ਵੇ। ਸਿਰਫ ਲੈ ਕੇ ਆਪਾਂ ਇੱਕ ਚੀਜ਼ ਜਾ ਸਕਦੇ ਹਾਂ, ਉਹ ਹੈਗੀ ਹੈ ਯਾਦਾਂ ਯਾਦਾਂ ਯਾਦਾਂ। ਜਿਵੇਂ ਕਿ ਰਾਜਗਿਲ ਅੰਕਲ ਐਂਡ ਆਫ ਦਾ ਡੇ ਸਭ ਨੇ ਜਾਣਾ ਹੈ, ਅੰਕਲ ਜਿਹੜਾ ਕੰਮ ਉੱਥੇ ਕਰ ਗਏ ਨੇ ਉਹ ਕੰਮ ਕਦੀ ਨਹੀਂ ਮੁੱਕਣਾ, ਉਹ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ। ਅੰਕਲ ਦੀਆਂ ਜਨਰੇਸ਼ਨਾਂ ਦਰ ਸੇਵਾ ਉੱਥੇ ਲੱਗੀ ਰਹਿਣੀ ਹੈਗੀ ਹੈ। ਬਿਲਕੁਲ। ਸੋ ਨਾਲ ਤੇ ਕੁਝ ਨਹੀਂ ਜਾਣਾ, ਨਾਲ ਇੱਕ ਇਹੋ ਚੀਜ਼ ਜਾਣੀ ਹੈ, ਸਿਮਰਨ ਤੇ ਸੇਵਾ। ਧੀਆਂ ਪੁੱਤਰਾਂ ਨੇ ਵੀ ਨਹੀਂ ਜਾਣਾ, ਰਿਸ਼ਤੇਦਾਰਾਂ ਨੇ ਵੀ ਨਹੀਂ ਜਾਣਾ, ਦੁਨੀਆ ਮਾਇਆ ਚ ਜਿਹੜੇ ਫਸੇ ਹੋਇਆ ਸੀ ਤੇ ਇਹਨਾਂ ਵਾਸਤੇ ਕਰਦੀ ਏ। ਐਂਡ ਆਫ ਦਾ ਡੇ ਜਿਹੜਾ ਆਪਾਂ ਇਹ ਜਨਮ ਵਿੱਚ ਆਏ ਆ, ਗੁਰੂ ਨਾਨਕ ਦੇ ਚਰਨਾਂ ਦਾ ਅੰਮ੍ਰਿਤ ਲੈਣ ਆਏ ਆ। ਔਰ ਇਹ ਅੰਮ੍ਰਿਤ ਸੌਖਾ ਨਹੀਂ ਮਿਲਣਾ, ਪੂਰਾ ਹਰ ਚੀਜ਼ ਤੋਂ ਡਿਟੈਚ ਹੋ ਕੇ ਜਾਵਾਂਗੇ ਤੇ ਗੁਰੂ ਸਾਹਿਬ ਲੈਣ ਆਉਣਗੇ। ਤੇ ਜੇ ਮਾਇਆ ਚ ਫਸੇ ਰਹੇ ਤੇ ਫਿਰ ਮੁੜ ਕੇ ਦੁਨੀਆ ਵਿੱਚ ਆਵਾਂਗੇ। ਤੇ ਮੁਕਤਾ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਮਾਇਆ ਨੂੰ ਜਿੰਨਾ ਤੁਸੀਂ ਫੜ ਕੇ ਰੱਖਦੇ ਹੋ ਉਹ ਉਨੀ ਘਟਦੀ ਹੈ, ਜਿੰਨਾ ਤੁਸੀਂ ਵੰਡਦੇ ਹੋ ਸੇਵਾ ਵਿੱਚ, ਇਹੋ ਜਿਹੇ ਕੰਮਾਂ ਦੇ ਵਿੱਚ ਲਾਉਂਦੇ ਹੋ, ਉਹ ਉਨੀ ਹੀ ਪ੍ਰਫੁੱਲਤ ਹੁੰਦੀ ਹੈ। ਮਾਇਆ ਦੇ ਵਿੱਚ ਹੋਰ ਮਾਇਆ ਲੱਗਦੀ ਹੈ, ਬਟ ਇਹ ਤਾਂ ਮਾਇਆ ਦੀ ਵੀ ਗੱਲ ਨਹੀਂ ਹੈਗੀ। ਜਿਸ ਤਰ੍ਹਾਂ ਤੁਸੀਂ ਕਿਹਾ ਹੈ, ਇਹ ਗੁਰੂ ਦੀ ਫੌਜ ਬਣ ਰਹੀ ਹੈ, ਗੁਰੂ ਦੀ ਮਹਿਲ ਬਣ ਰਿਹਾ ਹੈ, ਇਹਦੀ ਗੱਲ ਹੋ ਰਹੀ ਹੈ। ਐਂਡ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਭਾਵੇਂ ਟੀਵੀ ਰਾਹੀਂ ਜਾਂ ਜ਼ੂਮ ਸਕਾਈਪ ਰਾਹੀਂ ਮਿਲ ਰਹੇ ਹਾਂ, ਕਿ ਬਹੁਤ ਛੇਤੀ ਤੁਸੀਂ ਸਾਡੇ ਵੱਲ ਆ ਰਹੇ ਹੋ। ਅਤੇ ਕੁਝ ਟ੍ਰਿਪਸ ਬਾਰੇ ਮੈਂ ਜਾਣਕਾਰੀ ਲੈਣਾ ਚਾਹੁੰਦੀ ਹਾਂ, ਜਿੱਥੇ ਤੁਸੀਂ ਲੋਕਾਂ ਨਾਲ ਜਾ ਕੇ ਇਨ ਪਰਸਨ ਗੁਰਦੁਆਰਿਆਂ ਦੇ ਵਿੱਚ, ਸਮਾਗਮਾਂ ਦੇ ਵਿੱਚ ਸੰਗਤਾਂ ਦੇ ਨਾਲ ਰਲ ਕੇ, ਉਹਨਾਂ ਦੇ ਨਾਲ ਮਿਲ ਕੇ ਇਹ ਗੱਲ ਦੱਸਣ ਜਾ ਰਹੇ ਹੋ। ਇਹਦੀ ਵੀ ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਸਾਰੇ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਵਿਊਅਰਸ ਤੁਸੀਂ ਵੀ ਜੁੜੇ ਰਹੋ, ਕੁਝ ਇੰਪੋਰਟੈਂਟ ਡੇਟਸ ਅਤੇ ਪ੍ਰੋਗਰਾਮਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਇਆ। ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਕਲਗੀਧਰ ਟਰੱਸਟ ਪੜੂ ਸਾਹਿਬ ਅਕਾਲ ਅਕੈਡਮੀ ਅਤੇ ਸੇਵਾਦਾਰਾਂ ਦੇ ਨਾਲ ਗੱਲ ਹੋ ਰਹੀ ਹੈ। ਉਸ ਸੇਵਾ ਦੀ ਗੱਲ ਹੋ ਰਹੀ ਹੈ ਜਿਹਦੇ ਨਾਲ ਤੁਹਾਡਾ ਜੀਵਨ ਸਫਲਾ ਹੋ ਸਕਦਾ ਹੈ। ਸਾਡੇ ਨਾਲ ਜੁੜੇ ਹਨ ਪੜੂ ਸਾਹਿਬ ਅਕਾਲ ਅਕੈਡਮੀ ਦੇ ਵੱਖ-ਵੱਖ ਸੇਵਾਦਾਰ ਅਤੇ ਸਪੋਰਟਰ। ਸਾਰਿਆਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਮੁਕਤਾ ਜੀ, ਤੁਹਾਡੀ ਗੱਲ ਸੁਣ ਕੇ ਜੋਸ਼ ਆ ਜਾਂਦਾ ਹੈ। ਇੱਦਾਂ ਲੱਗਦਾ ਹੈ ਕਿ ਅਸੀਂ ਭਾਵੇਂ ਇੱਥੇ ਬੈਠੇ ਹੋਏ ਹਾਂ, ਅਮਰੀਕਾ, ਕੈਨੇਡਾ, ਜਿੱਥੇ ਵੀ
ਕਿ ਸਾਡੇ ਕੋਲ ਵੀ ਮੌਕਾ ਹੈ ਗੁਰੂ ਦੀ ਫੌਜ ਨੂੰ ਅੱਗੇ ਵਧਾਉਣ ਦਾ, ਕਿ ਇਹ ਜੋ ਕੰਮ ਹੋ ਰਿਹਾ ਹੈ ਅਕੈਡਮੀਜ਼ ਵਿੱਚ, ਜੋ ਬੱਚੇ ਪੜ੍ਹ ਰਹੇ ਹੈ, ਜਿੱਥੇ ਜਿੱਥੇ ਉੱਚੀਆਂ ਜਗ੍ਹਾਵਾਂ 'ਤੇ ਅਹੁਦਿਆਂ 'ਤੇ ਉਹ ਪਹੁੰਚ ਰਹੇ ਹੈ, ਇਹਦੇ ਨਾਲ ਗੁਰੂ ਦਾ ਨਾਮ ਵੀ ਉਨ ਅਹੁਦਿਆਂ 'ਤੇ ਪਹੁੰਚ ਰਿਹਾ, ਭਾਵੇਂ ਉਹ IAS ਆਫਿਸਰ ਹੋਣ ਜਾਂ ਗੂਗਲ ਕੰਪਨੀ ਦੇ ਵਿੱਚ ਕੋਈ ਹਾਈ ਲੈਵਲ ਪੋਜੀਸ਼ਨ ਦੀ ਅਪੁਆਇੰਟਮੈਂਟ ਹੋਏ। ਇਹ ਸਾਰੇ ਇਸ ਅਕੈਡਮੀ ਦੇ ਅਤੇ ਉਸ ਗੁਰੂ ਦੇ ਅੱਗੇ ਬੱਚੇ ਜਾ ਰਹੇ ਹੈ। ਸੋ ਬਹੁਤ ਖੁਸ਼ੀ ਹੋ ਰਹੀ ਹੈ ਇਸ ਚੀਜ਼ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ। ਅਤੇ ਮੈਂ ਹੁਣ ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਇਹੀ ਥੋੜ੍ਹੀ ਜਿਹੀ ਜਾਣਕਾਰੀ ਲੈਣਾ ਚਾਹਾਂਗੀ। ਸੋ ਗਲੈਡ ਕਿ ਫਾਈਨਲੀ ਤੁਹਾਡੀ ਜੋ ਇਹ ਵਿਜ਼ਿਟਸ, ਜੋ ਤੁਹਾਡੇ ਟ੍ਰਿਪਸ ਹੁੰਦੇ ਹੈ, ਉਹ ਇੱਕ ਵਾਰੀ ਫਿਰ ਸ਼ੁਰੂ ਹੋ ਗਏ। ਤੁਸੀਂ ਵੱਖ-ਵੱਖ ਨੇਸ਼ਨ ਵਾਈਡ ਸਿਟੀਜ਼ ਦੇ ਵਿੱਚ ਆ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ। ਤੁਹਾਡਾ ਅਗਲਾ ਟ੍ਰਿਪ ਸ਼ਿਕਾਗੋ ਲੱਗ ਰਿਹਾ ਹੈ, ਉੱਥੇ ਪੈਲੇਟਾਈਨ ਗੁਰਦੁਆਰੇ ਸਾਹਿਬ ਤੁਹਾਡੀ ਲਾਈਵ ਪ੍ਰੋਗਰਾਮ ਵੀ ਹੋਏਗਾ, ਜਸਟ ਪੰਜਾਬੀ 'ਤੇ ਵਿਊਅਰਸ ਸਾਡੇ ਵੇਖ ਸਕਦੇ ਹੈ। ਅਤੇ ਨਾਲ ਦੀ ਨਾਲ ਤੁਸੀਂ ਸੰਗਤਾਂ ਦੇ ਨਾਲ ਕੁਝ ਗੱਲ ਕਰਨੀ ਹੈ, ਡਾਇਰੈਕਟਲੀ ਉਹਨਾਂ ਨੂੰ ਅਪੀਲ ਕਰਨੀ ਹੈ ਇਸ ਸੇਵਾ ਬਾਰੇ। ਅਤੇ ਮੁਕਤਾ ਜੀ, ਮੈਂ ਚਾਹਾਂਗੀ ਥੋੜ੍ਹਾ ਜਿਹਾ ਜਾਂਦੇ ਹੋਏ ਤੁਸੀਂ ਸਾਨੂੰ ਦੱਸੋ ਕਿ ਹੋਰ ਤੁਹਾਡੇ ਕੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਪ੍ਰੋਗਰਾਮਸ ਹੋਏ ਤਾਂ ਕਿ ਸੰਗਤਾਂ ਤੁਹਾਡੇ ਨਾਲ ਆ ਕੇ ਜੁੜ ਸਕਣ। ਅਸ਼ਮਿਤਾ ਜੀ, ਸਾਡਾ ਜਿਹੜਾ ਕਮਿੰਗ ਪ੍ਰੋਗਰਾਮ ਹੈਗਾ ਸ਼ਿਕਾਗੋ ਦੇ ਵਿੱਚ ਹੋ ਰਿਹਾ ਹੈਗਾ ਵੇ, ਪੈਲੇਟਾਈਨ ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਜਿੰਨੇ ਵੀ ਸਾਨੂੰ ਕੰਟੈਕਟ ਕਰਨਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕੰਟੈਕਟ ਕਰ ਸਕਦੇ ਨੇ। ਉੱਥੇ ਸਾਰੇ ਸ਼ਿਕਾਗੋ ਦੇ ਵਿੱਚ ਮੇਜਰ ਗੁਰਚਰਨ ਸਿੰਘ ਚੱਜ ਸਾਹਿਬ ਜੀ ਨੂੰ ਜਾਣਦੇ ਨੇ, ਜਿਹੜੇ ਸਾਡੇ ਰੂਹ ਤੋਂ ਜੁੜੇ ਹੋਏ ਪਿਛਲੇ 30, 35, 40 ਸਾਲਾਂ ਤੋਂ ਸਟਰੋਂਗ ਬਾਬਾ ਜੀ ਤੇ ਸੱਜੀ ਬਾਂਹ, ਖੱਬੀ ਬਾਂਹ ਕਹਿ ਲਓ, ਉਹ ਹੈਗੇ ਨੇ। ਤੇ ਆਪ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੈਗੇ ਹੋ। ਅਗਰ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਆ ਪਾ ਰਹੇ, ਕੋਈ ਵੀ ਰੀਜ਼ਨ ਆਪ ਜੀ ਸੇਵਾ ਦੇ ਸਕਦੇ ਹੋ, ਉਹਨਾਂ ਨੂੰ ਸਿੱਧਾ ਕੰਟੈਕਟ ਕਰਕੇ। ਉਹਦੇ ਨਾਲ ਦੇ ਨਾਲ ਉਸ ਤੋਂ ਜਿਹੜਾ ਫੋਲੋਇੰਗ ਵੀਕ ਹੈਗਾ ਸ਼ਮਿਤਾ ਜੀ, ਤੁਹਾਡੇ ਨਿਊਯਾਰਕ ਦੇ ਵਿੱਚ ਆ ਰਹੇ ਹੈਗੇ ਆ। ਸੋ 4 ਪ੍ਰੋਗਰਾਮ ਜਿਹੜੇ ਉੱਥੇ ਆਪਣੇ ਜਿਹੜੇ ਕਿ ਟੀਵੀ ਦੇ ਰਾਹੀਂ ਸੰਗਤ ਦੇਖੇਗੀ, ਵਿਚ ਇਜ਼ 21 ਜਿਹੜਾ ਦਸੰਬਰ ਨੂੰ ਵੀ, 16 ਦਸੰਬਰ ਨੂੰ ਵੀ, ਫਿਰ ਉਸ ਤੋਂ ਬਾਅਦ 19 ਦਸੰਬਰ ਨੂੰ ਰਾਤੀ ਜਿਹੜਾ ਮੁੱਦੇ ਦੇ ਟਾਈਮ ਦੇ ਉੱਤੇ ਆਪਣੇ ਪ੍ਰੋਗਰਾਮ ਆਉਣਗੇ। ਤੇ ਪੂਰਾ ਵੀਕ ਜਿਹੜਾ ਹੈਗਾ ਫਰੋਮ 16 to 22 ਤੱਕ ਜਿਹੜਾ ਹੈਗਾ ਵੇ ਅਸੀਂ ਨਿਊਯਾਰਕ ਦੇ ਵਿੱਚ ਹੀ ਹੋਣਾ ਹੈਗਾ। 19 ਸੰਡੇ ਨੂੰ ਜਿਹੜਾ ਰਿਚਮੰਡ ਹਿੱਲ ਵਰਜੀਨੀਆ, ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਹੈਗਾ, ਰਿਚਮੰਡ ਹਿੱਲ ਜਿਹੜਾ ਸਿੱਖ ਕਲਚਰ ਸੁਸਾਇਟੀ, ਹਾਂਜੀ ਸਿੱਖ ਕਲਚਰ ਸੁਸਾਇਟੀ 118, ਹਾਂਜੀ, ਉਹਦੇ ਵਿੱਚ 19 ਸੰਡੇ ਨੂੰ ਸਵੇਰੇ ਵੀ ਆਪਾਂ ਉੱਥੇ ਜਾਣਾ ਹੈ ਤੇ ਕੰਗ ਸਾਹਿਬ ਨਾਲ ਗੱਲ ਕਰਕੇ ਤੇ ਟਾਈਮ ਲਿਆ ਹੈਗਾ ਵੇ। ਉਸ ਤੋਂ ਬਾਅਦ ਫਿਰ ਜਿਹੜਾ 26 ਤੇ 25 ਦਸੰਬਰ ਕ੍ਰਿਸਮਸ ਦਾ ਹੈਗਾ, ਉਹ ਖਾਲਸਾ ਕੇਅਰ ਗੁਰਦੁਆਰਾ ਸਾਹਿਬ ਲਾਸ ਐਂਜਲਸ ਦੇ ਵਿੱਚ ਜਿਹੜਾ ਮਲਿਕ ਅੰਕਲ ਗੁਰਦੀਪ ਸਿੰਘ ਮਲਿਕ ਜੀ ਉਹਨੂੰ ਸਾਰਾ ਆਪਰੇਟ ਕਰਦੇ ਹੈਗੇ ਨੇ, ਤੇ ਉਧਰ ਦਾ ਪ੍ਰੋਗਰਾਮ ਬਣਿਆ ਹੈਗਾ। ਤੇ ਉਸ ਤੋਂ ਬਾਅਦ ਜਿਹੜਾ ਫੋਲੋਇੰਗ ਜਿਹੜਾ ਵੀਕ ਹੈਗਾ ਉਹਦੇ ਵਿੱਚ ਸਾਡਾ ਹਿਊਸਟਨ ਦਾ ਵੀ ਪ੍ਰੋਗਰਾਮ ਬਣ ਰਿਹਾ ਹੈਗਾ ਵੇ, ਸੋ ਉੱਥੇ ਵੀ ਜਾਵਾਂਗੇ। ਤੇ ਸੋ ਹਾਲੇ ਕਨਫਰਮ ਨਹੀਂ ਹੋਇਆ, ਥੋੜਾ ਜਿਹਾ ਵੇਟ ਕਰ ਰਹੇ ਸੀਗੇ। ਸੋ ਇਹ ਸਾਡੇ ਸਾਰੇ ਅਪਕਮਿੰਗ ਪ੍ਰੋਗਰਾਮ ਹੈਗੇ ਜਿਹੜੇ ਕਿ ਉਸ ਤੋਂ ਬਾਅਦ ਜਨਵਰੀ 9 ਨੂੰ ਅਸੀਂ ਲਾਸ ਵੇਗਸ ਵੀ ਜਾਣਾ ਹੈਗਾ। ਅੱਛਾ ਜੀ। ਤੇ ਹਿਊਸਟਨ ਤਾਂ ਆਫ ਕੋਰਸ ਰਾਜ ਸਿੰਘ ਗਿੱਲ ਜੀ ਤੇ ਕੁਲਵੰਤ ਕੌਰ ਗਿੱਲ ਜੀ ਇੰਨੇ ਪਿਆਰ ਦੇ ਨਾਲ ਤੁਹਾਨੂੰ ਉੱਥੇ ਵੈਲਕਮ ਕਰਨਗੇ ਇੱਕ ਵਾਰੀ ਫਿਰ। ਜੋ ਇੱਕ ਕਾਲੋਨੀ ਬਣਾਈ ਹੈ ਸਾਡੇ ਗੁਰੂਆਂ ਦੇ ਨਾਂ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ, ਸਿੱਖ ਕਾਲੋਨੀ, ਇੰਨੇ ਪਿਆਰੇ ਤਰੀਕੇ ਦੇ ਨਾਲ ਉੱਥੇ ਸਾਰੇ ਰਹਿੰਦੇ ਹੈ। ਅਤੇ ਰਾਜ ਗਿੱਲ ਅੰਕਲ ਇੱਕ ਵਾਰੀ ਫਿਰ ਕੁਲਵੰਤ ਕੌਰ ਜੀ, ਤੁਹਾਨੂੰ ਦੋਨਾਂ ਨੂੰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਅਤੇ ਜੋ ਤੁਹਾਡੀ ਸੇਵਾ ਰਹੀ ਹੈ ਇਹਦੇ ਨਾਲ ਤੁਸੀਂ ਇੱਕ ਇੰਸਪੀਰੇਸ਼ਨ ਅਤੇ ਇੱਕ ਗਾਈਡਲਾਈਨ ਸੈੱਟ ਕਰ ਰਹੇ ਹੋ ਸਾਰਿਆਂ ਲਈ ਕਿ ਭਾਵੇਂ ਜ਼ਿੰਦਗੀ ਦੇ ਵਿੱਚ ਔਖੇ ਤੋਂ ਔਖਾ ਸਮਾਂ ਆਏ, ਉਹਦੇ ਵਿੱਚ ਵੀ ਇੱਕ ਸੇਵਾ ਕਰਨ ਦਾ ਮੌਕਾ ਹੁੰਦਾ ਹੈ। ਇਹ ਤਾਂ ਤੁਹਾਡੇ ਨਜ਼ਰੀਏ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਰੈਕਗਨਾਈਜ਼ ਕਰਦੇ ਹੋ, ਉਹਦੇ ਉੱਤੇ ਐਕਟ ਕਰਦੇ ਹੋ। ਅਤੇ ਤੁਹਾਡੀ ਸੇਵਾ ਲਈ ਸਾਡੇ ਸਾਰਿਆਂ ਵੱਲੋਂ ਇੱਕ ਤਾਂ ਅਸੀਂ ਅਫਕੋਰਸ ਗ੍ਰੇਟਫੁਲ ਹੈਗੇ, ਬਟ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਤੁਸੀਂ ਅੱਜ ਜੁੜੇ ਅਤੇ ਇਹ ਸਾਰੀ ਚੀਜ਼ਾਂ ਜੋ ਤੁਸੀਂ ਦਿਲੋਂ ਦੱਸੀਆਂ ਸਾਡੇ ਨਾਲ ਸਾਂਝੀ ਕੀਤੀ, ਸਾਡੇ ਵਿਊਅਰਸ ਦੇ ਨਾਲ ਸਾਂਝੀਆਂ ਕੀਤੀਆਂ,
ਤੇ ਆਫ ਕੋਰਸ ਜਗਜੀਤ ਸਿੰਘ ਜੀ, ਕਾਕਾ ਜੀ ਜਿਸ ਤਰ੍ਹਾਂ ਤੁਹਾਨੂੰ ਕਿਹਾ ਜਾਂਦਾ ਹੈ, ਜੋ ਤੁਸੀਂ ਸੇਵਾ ਕਰ ਰਹੇ ਹੋ ਕੰਸਟਰਕਸ਼ਨ ਦੇ ਵਿੱਚ, ਜੋ ਕੰਮ ਬਾਰੇ ਤੁਸੀਂ ਸਾਨੂੰ ਦੱਸਿਆ, ਇੱਕ ਵਾਰੀ ਫਿਰ ਮੈਂ ਵਿਊਅਰਸ ਨੂੰ ਇਹ ਚੀਜ਼ ਦੱਸਣਾ ਚਾਹੁੰਦੀ ਹਾਂ। ਤੁਸੀਂ ਪ੍ਰੋਗਰਾਮ ਦੇ ਬਿਗਿਨਿੰਗ ਵਿੱਚ ਸਾਨੂੰ ਦੱਸ ਰਹੇ ਸੀ 200 ਤੋਂ ਵੱਧ ਕਲਾਸਰੂਮਸ, 15 ਲਾਇਬ੍ਰੇਰੀਜ਼, 15 ਲੈਬੋਰੇਟਰੀਜ਼। ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ ਕਿ ਸਾਇੰਸ ਦੇ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ, ਇਹੋ ਜਿਹੇ ਫੀਲਡਸ ਦੇ ਵਿੱਚ ਉਹਨਾਂ ਨੂੰ ਹੋਰ ਇਨਕਰੇਜ ਕਰਨਾ ਚਾਹੀਦਾ। ਲੈਬੋਰੇਟਰੀਜ਼ ਬਣ ਰਹੀਆਂ, ਹਾਇਰ ਐਜੂਕੇਸ਼ਨ। ਮੈਂ ਆਪ ਵੇਖਿਆ ਬੱਚੀਆਂ ਆਪਣੀ PhD ਥੀਸਿਸ ਲਈ ਪੜ੍ਹਾਈ ਕਰ ਰਹੀਆਂ ਨੇ ਉਤਸ਼ਾਹ ਦੇ ਨਾਲ। ਉਹ ਕਹਿੰਦੀ ਕਿ ਮੇਰੀ ਇਹ ਰਿਸਰਚ ਹੈਗੀ, ਇਹ ਲੈਬੋਰੇਟਰੀ ਦੇ ਵਿੱਚ ਮੈਂ ਇਹ ਕੰਮ ਕਰ ਰਹੀ ਹਾਂ, ਅਤੇ ਇਹੋ ਜਿਹੀ ਲੈਬੋਰੇਟਰੀਜ਼ ਹੋਰ ਬਣ ਰਹੀਆਂ। ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਇਤਿਹਾਸ ਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ, ਸੰਤ ਬਾਬਾ ਤੇਜਾ ਸਿੰਘ ਜੀ ਦੇ ਇਤਿਹਾਸ ਨੂੰ ਸਾਂਭਿਆ ਜਾ ਰਿਹਾ ਹੈ। ਬਾਬਾ ਇਕਬਾਲ ਸਿੰਘ ਜੀ ਮਹਾਪੁਰਸ਼ ਦਾ ਜੋ ਵਿਜ਼ਨ ਹੈਗਾ ਉਹ ਹਲੇ ਵੀ ਇੰਨੀ ਉਮਰ ਦੇ ਵਿੱਚ ਲੱਗੇ ਹੋਏ ਹੈ, 90 ਤੋਂ ਵੱਧ ਸਾਲਾਂ ਦੀ ਭਾਵੇਂ ਉਹਨਾਂ ਦੀ ਉਮਰ ਹੋਏ, ਲੱਗਦਾ ਨਹੀਂ ਹੈ ਜਿਸ ਤਰ੍ਹਾਂ ਦਾ ਉਹ ਕੰਮ ਇਸ ਵੇਲੇ ਵੀ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਕਰ ਰਹੇ ਹੈ। ਅਤੇ ਜਗਜੀਤ ਸਿੰਘ ਜੀ, ਇਸ ਕੰਸਟਰਕਸ਼ਨ ਦੀ ਸੇਵਾ ਦੇ ਵਿੱਚ ਜੋ ਤੁਹਾਡਾ ਰੋਲ ਹੈਗਾ ਉਹਦੇ ਲਈ ਧੰਨਵਾਦ ਕਰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਥੈਂਕ ਯੂ ਸੋ ਮੱਚ। ਮੈਂ ਵਿਊਅਰਸ ਨੂੰ ਦੱਸਣਾ ਚਾਹਾਂਗੀ ਰਵੀਦੀਪ ਕੌਰ ਮੁਕਤਾ ਜੀ ਦਾ ਨੰਬਰ ਸਕਰੀਨ ਤੇ ਹੈਗਾ, ਇਹਨੂੰ ਫਟਾਫਟ ਨੋਟ ਕਰ ਲਓ ਅਗਰ ਤੁਸੀਂ ਆਲਰੇਡੀ ਨਹੀਂ ਨੋਟ ਕੀਤਾ। ਮੁਕਤਾ ਜੀ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਸੀ ਉਹਨਾਂ ਦੇ ਵੱਖ-ਵੱਖ ਟ੍ਰਿਪਸ ਆ ਰਹੇ, ਅਗਰ ਤੁਹਾਡੇ ਸ਼ਹਿਰ 'ਚ ਆ ਰਹੇ ਜ਼ਰੂਰ ਇਹਨਾਂ ਦੇ ਨਾਲ ਇਨ ਪਰਸਨ ਜੁੜੋ, ਬਟ ਉੱਦਾਂ ਵੀ ਤੁਸੀਂ ਕਦੀ ਵੀ ਇਹਨਾਂ ਨੂੰ ਕਾਲ ਕਰ ਸਕਦੇ ਹੋ। ਮੁਕਤਾ ਜੀ ਹਮੇਸ਼ਾ ਫੋਨ ਚੱਕਦੇ ਹੈ। ਸਾਰਿਆਂ ਨੂੰ ਇੱਥੇ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਨੂੰ ਮੈਂ ਜਾਂਦੇ ਇੱਕ ਵਾਰੀ ਫਿਰ ਇਹੀ ਕਹਿਣਾ ਚਾਹੁੰਦੀ ਹਾਂ, ਮਾਇਆ ਤਾਂ ਜਿੱਦਾਂ ਕਹਿੰਦੇ ਨਾ ਹੱਥ ਦੀ ਮੈਲ ਹੀ ਹੁੰਦੀ ਹੈ, ਤੁਸੀਂ ਨਾ ਲੈ ਕੇ ਆਉਂਦੇ ਹੋ ਨਾ ਲੈ ਕੇ ਜਾਂਦੇ ਹੋ। ਇਹ ਮੇਰੇ ਲਫ਼ਜ਼ ਨਹੀਂ ਹੈਗੇ, ਸਾਡੇ ਨਾਲ ਜੋ ਜੁੜਦੇ ਹੈ ਉਹ ਬਾਰ-ਬਾਰ ਸਾਨੂੰ ਇਹ ਚੀਜ਼ ਰਿਮਾਈਂਡ ਕਰਾਉਂਦੇ ਹੈ ਕਿ ਤੁਹਾਡੀ ਲੈਗੇਸੀ, ਤੁਹਾਡੀ ਵਿਰਾਸਤ, ਕਿੰਨਾ ਕੁ ਪੈਸਾ ਤੁਸੀਂ ਕਮਾਇਆ ਉਹ ਨਹੀਂ ਹੁੰਦੀ। ਤੁਸੀਂ ਉਸ ਪੈਸੇ ਦੇ ਨਾਲ ਉਸ ਜੋ ਵੀ ਤੁਹਾਡੀ ਕਮਾਈ ਹੈ ਉਹਦੇ ਨਾਲ ਕਰਦੇ ਕਿਉਂਕਿ ਤੁਸੀਂ ਛੱਡ ਕੇ ਜਾਓਗੇ ਤੁਹਾਡੀ ਲੈਗੇਸੀ। ਇਹੋ ਜਿਹੇ ਮਿਸ਼ਨ ਦੇ ਵਿੱਚ ਤੁਸੀਂ ਹਿੱਸਾ ਲੈ ਕੇ ਉਹ ਲੈਗੇਸੀ ਪ੍ਰੀਜ਼ਰਵ ਕਰ ਸਕਦੇ ਹੋ। ਸੋ ਇੱਕ ਵਾਰੀ ਫਿਰ ਜ਼ਰੂਰ ਸਪੋਰਟ ਕਰੋ, ਦਸਵੰਤ ਕੱਢੋ, ਅਤੇ ਜੋ ਗੁਰੂ ਦੀ ਫੌਜ ਹੈਗੀ ਉਹਦੇ ਵਿੱਚ ਆਪ ਦਾ ਰੋਲ ਨਿਭਾਓ। ਅਤੇ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।